विघ्नन के नासक हर गोबिंद शुभ सुमत प्रकाशक। श्री हरि राय नमो कर जोरी नमो कर जोरी। गुर हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह विसाला। तरों तरा पर पुन पुन सीसा जी पुन पुन सीसा। वंदो बार बार जगदीसा। जिसमें अमृत ज्ञान है मानक भगत वैराग। गुरु ग्रंथ साहिब उदद वंदो कर अनुराग। श्री गुर शब्द कमाई जिन जीते पंच विकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा कमल बदन जब सदन मह। बैसह आनम कंद दासी करते बिजन ले। पौन चुलावह मंद कमल बदन जब सदन मह। वाहिगुरु जी का खालसा वाहिगुरु जी की फतेह। भगत वत्सल गुरु गरीब नवाज धन धन श्री गुरु नानक देव साहिब जी महाराज। पंथ दे वाली अमृत के दाते साहिबे कमाल धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी महाराज। सतगुरु जी दी साजी निवाजी गुरु प्यारे गुरु रूप साध संगत जीओ। आप गुरु की संगतां ने महाराज जी के चरणों में हाजरियां भर के गुरु जी के चरणों में नतमस्तक हो करके बेअंत खुशियां प्राप्त कीतियां हन। सतगुरु जी के सुंदर दरबार दीवान साजरे हैं। संध्या के समय महाराज जी की धुर की बाणी सोहदार रहराज साहब दे जाप होए। उपरंत अरदास होई। गुरु जी के चरणों में पावन पवित्र हुक्मनामे बख्श के संगतां नूं निहाल कीता है। हुण जो गुर इतिहास की लड़ीवार कथा चल रही है उसका समा होया है। सतगुरु जी गुरु नानक देव महाराज जी की महान पावन पवित्र कथा जिहदे विच सानू बेअंत महान प्रकार की सिक्ख्या प्राप्त हुंदी है। गुरु जी के जीवन कौतकां नूं पढ़ के सुन के समझ पैंदी है कि महाराज जी ने संसार समुंदर ते आके की कुछ कीता किवें वरते। आप जी ने सरवण कीता सी कि गुरु महाराज जी एक दिन
ਭੈਣ ਨਾਨਕੀ ਜੀ ਦੇ ਘਰ ਵਿਖੇ ਆਏ ਹੈ। ਭੈਣ ਨਾਨਕੀ ਜੀ ਨੇ ਜਦੋਂ ਵੇਖਿਆ ਮਹਾਰਾਜ ਜੀ ਨੂੰ ਆਉਂਦਿਆਂ ਬੜੇ ਖੁਸ਼ ਹੋਏ। ਅਤੇ ਜਿਹੜਾ ਤੁਲਸਾ ਦਾਸੀ ਜੀ ਨੇ ਪਲੰਘ ਬੜਾ ਸੋਹਣਾ ਡਾਇਆ ਦੇਖ ਕੇ ਮਹਾਰਾਜ ਬਿਰਾਜਮਾਨ ਹੋ ਗਏ। ਭੈਣ ਨਾਨਕੀ ਜੀ ਕੋਲ ਬੈਠ ਗਏ। ਕਹਿਣ ਲੱਗੇ, ਮਹਾਰਾਜ ਜੀ ਮੇਰੇ ਧੰਨ ਭਾਗ ਹਨ ਜਿਨ੍ਹਾਂ ਨੇ ਆ ਬਿਨਾਂ ਸੱਦੇ ਹੀ ਚਰਨ ਪਾਏ ਹੈ। ਮੈਂ ਸਮਝਦੀ ਹਾਂ ਕਿ ਮੇਰੇ ਬਹੁਤ ਵੱਡੇ ਮਹਾਨ ਭਾਗ ਹੀ ਹਨ। ਮਹਾਰਾਜ ਜੀ ਆਪ ਜੀ ਨੂੰ ਮੈਂ ਜਦੋਂ ਬੁਲਾਉਂਦੀ ਹਾਂ ਆਪ ਆ ਜਾਂਦੇ ਹੋ, ਜਦੋਂ ਯਾਦ ਕਰਦੀ ਹਾਂ ਆਪ ਉਦੋਂ ਹੀ ਆ ਜਾਂਦੇ ਹੋ। ਆਪ ਜੀ ਧੰਨ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੈ, ਭੈਣ ਜੀ ਤੁਸੀਂ ਸਾਡੇ ਤੋਂ ਵੱਡੇ ਵੀ ਹੋ, ਫਿਰ ਮੈਂ ਤੁਹਾਡਾ ਦਾਸ ਹਾਂ, ਮੈਂ ਤਾਂ ਤੁਹਾਡਾ ਸੇਵਕ ਹਾਂ, ਅਤੇ ਮੇਰੀ ਇਹੀ ਇੱਛਾ ਹੁੰਦੀ ਹੈ ਵੀ ਤੁਹਾਡਾ ਕਦੀ ਬਚਨ ਨਾ ਮੋੜਾਂ। ਇਸ ਕਰਕੇ ਜਦੋਂ ਆਪ ਯਾਦ ਕਰਦੇ ਹੋ ਕੋਈ ਟਾਲ ਮਟੋਲ ਨਹੀਂ ਕਰਦੇ, ਤੁਰੰਤ ਹੀ ਪਹੁੰਚ ਜਾਂਦੇ ਹਾਂ। ਕਿਉਂਕਿ ਪਰਮੇਸ਼ਰ ਦੇ ਮੇਰੀ ਜੀਵਨ ਮੇਰੇ ਦਾਸ, ਵੀ ਮਹਾਰਾਜ ਪਰਮਾਤਮਾ ਕਹਿੰਦੇ ਹੈ ਕਿ ਮੇਰਾ ਜੋ ਜੀਵਨ ਹੈ ਉਹ ਮੇਰੇ ਦਾਸ ਹੀ ਹਨ। ਅਤੇ ਭੈਣ ਨਾਨਕੀ ਜੀ ਹੁਣ ਦਾਸਾਂ ਵਾਂਗ ਹੈ, ਸੇਵਾ ਕਰਦੇ ਮਹਾਰਾਜ ਜੀ ਦੀ, ਜਿਸ ਕਰਕੇ ਬਹੁਤ ਪ੍ਰੇਮ ਹੈ। ਅਤੇ ਉਹ ਬਚਨ ਕਿਹਾ ਹੈ ਜੋ ਗੁਰੂ ਜੀ ਦੀ ਸੱਸ ਚੰਦੋ ਰਾਣੀ ਨਾਲ ਹੋਏ ਸੀ ਭੈਣ ਨਾਨਕੀ ਜੀ ਦੇ, ਕਿ ਮਹਾਰਾਜ ਤੁਸੀਂ ਭਾਵੇਂ ਘਰ ਵਿੱਚ ਸਾਰੇ ਪਦਾਰਥ ਹੈ, ਪਰ ਤੁਸੀਂ ਉਹ ਪ੍ਰੇਮ ਨਾਲ ਜੋ ਆਪਣੀ ਸਪਤਨੀ ਮੇਰੀ ਭਰਜਾਈ ਸੁਲੱਖਣੀ ਨਾਲ ਨਹੀਂ ਬੋਲਦੇ, ਉਹਦੇ ਕਰਕੇ ਉਹ ਬੜੇ ਰੰਜਿਸ਼ ਰਹਿੰਦੇ ਆ, ਉਦਾਸ ਰਹਿੰਦੇ ਆ। ਤੁਹਾਨੂੰ ਚਾਹੀਦਾ ਹੈ ਕਿ ਉਹਨਾਂ ਨਾਲ ਪ੍ਰੇਮ ਭਾਵਨਾ ਰੱਖਣੀ। ਅਤੇ ਮਹਾਰਾਜ ਕਹਿੰਦੇ ਵੀ ਐਸੀ ਤਾਂ ਕੋਈ ਚੀਜ਼ ਨਹੀਂ ਜਿਹੜੀ ਅਸੀਂ ਉਹਨੂੰ ਦਿੱਤੀ ਨਹੀਂ ਹੈ, ਨਾ ਉਹਦਾ ਕਦੀ ਹਿਰਦਾ ਦਿਖਾਇਆ ਹੈ, ਸਭ ਪਦਾਰਥ ਹੈ ਘਰ। ਭੈਣ ਨਾਨਕੀ ਜੀ ਕਹਿੰਦੇ, ਮਹਾਰਾਜ ਜੀ ਠੀਕ ਹੈ ਕਿ ਘਰ ਵਿੱਚ ਭਾਵੇਂ ਸਾਰੇ ਪਦਾਰਥ ਹੋਣ, ਪਰ ਜਿਹੜਾ ਪਤੀ ਦਾ ਆਪਣੀ ਪਤਨੀ ਨਾਲ ਹੱਸ ਕੇ ਬੋਲਣਾ ਚੱਲਣਾ ਹੈ, ਇਹ ਬੜਾ ਮਾਇਨੇ ਰੱਖਦਾ ਹੈ। ਸਭ ਸੁੱਖ ਪ੍ਰਾਪਤ ਹੋ ਜਾਂਦੇ ਹੈ ਜਿਨ੍ਹਾਂ ਦੇ ਪਤੀ ਆਪਣੀ ਪਤਨੀਆਂ ਨਾਲ ਪ੍ਰੇਮ ਭਾਵਨਾ ਨਾਲ ਵਚਨ ਕਹਿੰਦੇ ਹੈ। ਗੁਰੂ ਮਹਾਰਾਜ ਜੀ ਸਮਝ ਗਏ ਸਾਰੀ ਗੱਲ ਅਤੇ ਕਿਹਾ ਕਿ ਭੈਣ ਜੀ ਠੀਕ ਹੈ, ਜੋ ਇਹ ਗੱਲਾਂ ਹੁਣ ਤੁਸੀਂ ਛੱਡੋ, ਉਵੇਂ ਕਰਾਂਗੇ ਅਸੀਂ, ਹੋਰ ਕੋਈ ਗੱਲ ਕਰੋ। ਭੈਣ ਨਾਨਕੀ ਜੀ ਨੇ ਕਿਹਾ ਕਿ ਮਹਾਰਾਜ ਜੀ ਮੇਰੀ ਇੱਛਾ ਹੈ ਇੱਕ ਰਾਤ ਦੇਣਾ ਕਿ ਆਪ ਜੀ ਦੇ ਘਰ ਸੋਹਣਾ ਸਪੁੱਤਰ ਮੈਂ ਵੇਖਾਂ, ਉਹ ਹੋਇਆ ਹੋਵੇ, ਉਹਨੂੰ ਮੈਂ ਲਾਡ ਪਿਆਰ ਕਰਾਂ, ਖੇਡਦਾ ਫਿਰੇ, ਫਿਰ ਮੈਨੂੰ ਬਹੁਤ ਆਨੰਦ ਹੈ। ਮਹਾਰਾਜ ਜੀ ਕਹਿਣ ਲੱਗੇ ਵੀ ਵੱਡੀ ਭੈਣ ਤੂੰ ਤਾਂ ਭਗਤਣੀ ਹੈ, ਅਤੇ ਤੂੰ ਭਗਤਣੀ ਹੋ ਕੇ ਵੀ ਫੁਰਨੇ ਕਰਨ ਲੱਗ ਪਈ ਹੈ। ਚਲੋ ਠੀਕ ਹੈ, ਜੇ ਫੁਰਨਾ ਕਰ ਹੀ ਲਿਆ ਤਾਂ ਪਰਮੇਸ਼ਰ ਪੂਰਾ ਕਰੇਗਾ। ਭੈਣ ਨਾਨਕੀ ਜੀ ਬਹੁਤ ਖੁਸ਼ ਹੋ ਗਏ ਵੀ ਜੋ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਉਹ ਪੂਰਾ ਹੁੰਦਾ ਹੀ ਹੈ। ਮੈਂ ਤਾਂ ਬਹੁਤ ਵਾਰ ਪਰਤਾ ਕੇ ਵੇਖ ਲਿਆ ਹੈ, ਹੁਣ ਮੇਰੀ ਆਸ ਮੁਰਾਦ ਪੂਰੀ ਹੋ ਜਾਵੇਗੀ। ਇੱਧਰ ਤੇ ਭੈਣ ਨਾਨਕੀ ਜੀ ਬਹੁਤ ਖੁਸ਼ ਹੈ, ਉੱਧਰ ਗੁਰੂ ਜੀ ਦਾ ਸਖੀ ਪੁਣੇ ਵਾਲਾ ਸੁਭਾਅ ਦੇ ਕੇ ਨਿੰਦਕ ਲੋਕ ਨਿੰਦਿਆ ਰਾਤ ਦਿਨ ਕਰਦੇ ਹੈ, ਗੁਰੂ ਮਹਾਰਾਜ ਨੂੰ ਭੰਡਦੇ ਜੋ ਨਹੀਂ ਜਾਣਦੇ। ਕਹਿੰਦੇ ਵੀ ਵੇਖ ਲਿਓ ਇੱਕ ਦਿਨ ਇਹਨਾਂ ਨੇ ਭੱਜ ਨੱਠ ਜਾਣਾ ਹੈ, ਸਾਰਾ ਕੁਝ ਲੁਟਾ ਕੇ, ਅਤੇ ਦੂਸਰਿਆਂ ਨੂੰ ਬਣਵਾਏਗਾ। ਇਹ ਜੇ ਇੱਥੇ ਆਪ ਰਹੇਗਾ ਤਾਂ ਆਪ ਬਚ ਜਾਵੇਗਾ, ਫਿਰ ਉਹ ਨੂੜਿਆ ਰਹੇਗਾ ਨਵਾਬ ਦੌਲਤ ਖਾਂ ਦੀ ਜੇਲ੍ਹ ਵਿੱਚ। ਅਤੇ ਕਈ ਨਿੰਦਕ ਲੋਕ ਜਾ ਕੇ ਸਿੱਧਾ ਹੀ ਕਹਿੰਦੇ ਨਵਾਬ ਦੌਲਤ ਖਾਂ ਨੂੰ ਵੀ ਨਵਾਬ ਜੀ ਤੁਸੀਂ ਕਿਉਂ ਨਹੀਂ ਖਬਰਸਾਰ ਲੈਂਦੇ, ਉੱਧਰ ਤੁਹਾਡਾ ਮੋਦੀ ਜਿਹੜਾ ਉਹ ਤਾਂ ਸਾਰਾ ਤੁਹਾਡਾ ਪੈਸਾ ਅਜਾਈ ਵਿਅਰਥ ਹੀ ਗਵਾਈ ਜਾ ਰਿਹਾ ਹੈ, ਭੀੜ ਲੱਗੀ ਹੁੰਦੀ ਹੱਟ 'ਤੇ, ਤੁਹਾਨੂੰ ਖਬਰਸਾਰ ਲੈਣੀ ਚਾਹੀਦੀ, ਨਹੀਂ ਤਾਂ ਤੁਹਾਡਾ ਕੋਈ ਵੱਸ ਨਹੀਂ ਚੱਲਣਾ ਬਾਅਦ ਵਿੱਚ।
ਹਿਰਦੇ ਕਰਕੇ ਨਵਾਬ ਦੌਲਤ ਖਾਂ ਵੀ ਭਰਮ ਜਾਂਦਾ ਹੈ, ਮਹਾਰਾਜ ਨੂੰ ਬੁਲਾਉਂਦਾ ਹੈ। ਕਹਿੰਦਾ ਵੀ ਮੋਦੀ ਜੀ ਆਪਣਾ ਪਹਿਲਾਂ ਪਿਛਲਾ ਹਿਸਾਬ ਕਿਤਾਬ ਨਿਬੇੜ ਲਓ ਤੇ ਅੱਗੇ ਫਿਰ ਕੰਮ ਸ਼ੁਰੂ ਕਰੋ, ਜੇ ਪੂਰਾ ਹੋ ਜਾਂਦਾ ਹੈ ਤੇ। ਮਹਾਰਾਜ ਜੀ ਨੂੰ ਕੋਈ ਪਰਵਾਹ ਨਹੀਂ ਹੈ, ਇਹਨੇ ਆਪਣੇ ਮੁਨਸ਼ੀ ਨੂੰ ਭੇਜਿਆ ਹੈ, ਮੁਨਸ਼ੀ ਨਾਲ ਬੈਠ ਕੇ ਹਿਸਾਬ ਕਿਤਾਬ ਕੀਤਾ ਲੰਮਾ ਤਗੜਾ ਹੀ। ਫਿਰ ਗੁਰੂ ਮਹਾਰਾਜ ਦੇ ਵਾਅਦੇ ਦੇ ਪੈਸੇ ਨਿਕਲੇ, ਇਹਦਾ ਭਰਮ ਦੂਰ ਹੋਇਆ। ਗੁਰੂ ਜੀ ਦੇ ਮਾਇਆ ਘਰ ਲਿਆਉਂਦੇ ਆ, ਬਹੁਤ ਨਿੰਦਕ ਸ਼ਰਮਿੰਦੇ ਹੁੰਦੇ, ਸ਼ਰਮਸ਼ਾਰ ਹੁੰਦੇ ਉਹਨਾਂ ਦੇ ਮੂੰਹ ਤੇ ਝੂਰਦੇ ਵੀ ਆਹ ਕੀ ਗੱਲ ਹੈ। ਇਹਨਾਂ ਦਾ ਹਮੇਸ਼ਾ ਹੀ ਵਾਧੀ ਨਿਕਲ ਆਉਂਦਾ ਹੈ। ਵੇਖਦੇ ਤੇ ਇਹ ਹਾਂ ਵੀ ਲਟਾਈ ਜਾਂਦੇ ਆ ਤੇ ਘਾਟਾ ਪਊਗਾ। ਸਿੱਖਾਂ ਨੇ ਬੇਨਤੀ ਕੀਤੀ ਜੋ ਕਥਾ ਸੁਣ ਰਹੇ ਸੀ, ਕਹਿੰਦੇ ਮਹਾਰਾਜ ਜੀ ਵੀ ਇਹ ਕੀ ਗੱਲ ਕਿ ਮਹਾਰਾਜ ਤੇ ਸਭ ਦਾ ਭਲਾ ਕਰਦੇ ਹੈ, ਪਰ ਲੋਕ ਕਿਉਂ ਬੁਰਾ ਸੋਚਦੇ ਸੀ। ਗੁਰੂ ਜੀ ਤੇ ਭਾਈ ਬਾਲਾ ਜੀ ਜੋ ਸੰਗਤ ਵਿੱਚ ਕਥਾ ਰੂਪ ਵਿੱਚ ਸੁਣਾ ਰਹੇ ਸਨ, ਕਿਹਾ ਹੈ ਵੀ ਸੰਗਤ ਜੀ ਇਹ ਤੇ ਧਰਤੀ ਉੱਪਰ ਪ੍ਰਤੱਖ ਪ੍ਰਮਾਣ ਇੱਕ ਹੈ ਕਿ ਇੱਕ ਅੰਬ ਦਾ ਬੂਟਾ ਸੀ ਜਾਂ ਬੂਟਾ ਹੁੰਦਾ ਹੈ, ਉਹ ਖੜਾ ਹੁੰਦਾ ਬੜਾ ਸੋਹਣਾ, ਫਲ ਦੇ ਸਹਿਤ ਨੀਵਾਂ ਹੋਇਆ ਹੁੰਦਾ। ਇੱਕ ਮਨੁੱਖ ਲੰਘ ਰਿਹਾ ਸੀ ਰਾਹੀ, ਤੇ ਉਹ ਰਾਹੀ ਬੜਾ ਧੁੱਪ ਨਾਲ ਵਿਆਕੁਲ ਘਬਰਾਇਆ ਹੋਇਆ ਸੀ, ਪਸੀਨਾ ਚੋ ਰਿਹਾ ਸੀ ਮੁਖ ਤੋਂ। ਕਹਿੰਦਾ ਵੀ ਚੱਲਦੇ ਚੱਲਦੇ ਅੰਬ ਦਾ ਬੂਟਾ ਦੇਖਿਆ, ਸੋਚਿਆ ਵੀ ਮੈਂ ਇੱਥੇ ਵਿਸ਼ਰਾਮ ਕਰਾਂ। ਛਾਂ ਸੋਹਣੀ ਵੇਖ ਕੇ ਖੁਸ਼ ਹੋਇਆ। ਜਦੋਂ ਕੁਝ ਆਰਾਮ ਕੀਤਾ ਤਾਂ ਵੱਲ ਵੇਖਿਆ, ਅੰਬ ਦੇਖੇ ਬੜੇ ਸੋਹਣੇ, ਤੇ ਹੋਰ ਖੁਸ਼ੀ ਹੋਈ ਹੈ। ਡੰਡਾ ਸੀ ਹੱਥ ਵਿੱਚ, ਵਗਾਤਾ ਮਾਰ ਕੇ ਅੰਬ ਤੋੜ ਕੇ ਖਾਧੇ ਹੈ। ਮਹਾਰਾਜ ਕਹਿੰਦੇ ਵੀ ਉਹ ਵੇਖ ਲਓ, ਅੰਬ ਨੇ ਛਾਂ ਵੀ ਦਿੱਤੀ, ਫਲ ਵੀ ਦਿੱਤੇ, ਡੰਡਾ ਵੀ ਖਾਧਾ, ਮਨ ਵਿੱਚ ਰੋਸ ਫਿਰ ਵੀ ਨਹੀਂ ਕੀਤਾ, ਉਪਕਾਰ ਹੀ ਕੀਤਾ ਹੈ। ਭਾਵੇਂ ਕਿ ਮਨੁੱਖ ਬੜੀਆਂ ਘਾੜਤਾਂ ਮਨ ਵਿੱਚ ਸੰਕਲਪ ਵਿਕਲਪ ਕਰਦਾ ਹੈ ਕਿ ਮੈਂ ਇਹ ਰੁੱਖ ਨੂੰ ਵੱਢ ਦੇਵਾਂ, ਚੰਗੀਆਂ ਚਗਾਠਾਂ ਕੱਢ ਲਾਂ, ਲੱਕੜ ਇਹੋ ਜਿਹੀ ਦੀ ਆਹ ਕੰਮ ਆ ਜੂ, ਇੱਥੇ ਆਹ ਕੰਮ ਆ ਜੂ, ਉਹਦਾ ਉਪਕਾਰ ਨਹੀਂ ਰੁਕਦਾ ਜਾਣਦਾ। ਕਿਰਤ ਕਾਣ ਇਹੋ ਜਿਹੇ ਹੁੰਦੇ ਹੈ। ਅਕਿਰਤ ਕਾਣ ਮਨੁੱਖ ਸੱਪ ਦੇ ਸਮਾਨ ਹੈ ਕਿ ਜਿਵੇਂ ਸੱਪ ਜਿਹਦੇ ਕੋ ਦੁੱਧ ਪੀਵੇ ਉਹਨੂੰ ਡਸਦਾ ਹੈ, ਇਸੇ ਤਰ੍ਹਾਂ ਉਹ ਲੋਕ ਹਨ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਨ ਰੁੱਖਾਂ ਦੀ ਜਰਾਂਦ, ਰੁੱਖਾਂ ਵਰਗਾ ਮਹਾਨ ਜੇਰਾ ਹੈ। ਨਿੰਦਕ ਲੋਕ ਸੱਪ ਦੀ ਨਿਆਈ ਹੈ, ਦੁੱਧ ਪੀ ਕੇ ਡਸਣ ਵਾਲੇ ਇੱਕ ਪਾਸੇ ਗੁਰੂ ਮਹਾਰਾਜ ਕੋ ਪ੍ਰਾਪਤ ਕਰੀ ਜਾਂਦੇ, ਲਈ ਜਾਂਦੇ ਹੈ, ਇੱਕ ਪਾਸੇ ਨਿੰਦੀ ਭੰਡੀ ਜਾਂਦੇ ਹਨ। ਗੁਰੂ ਜੀ ਦਾ ਸੁਭਾਅ ਉਪਕਾਰੀ ਹੈ, ਪਰ ਉਪਕਾਰੀ ਗੁਰੂ ਪਿਆਰੇ। ਇਸ ਤਰ੍ਹਾਂ ਮਹਾਰਾਜ ਦੀ ਨਿੰਦਿਆ ਨਿੰਦਕ ਲੋਕ ਕਰਦੇ ਹੈ। ਇਹ ਨਿੰਦਿਆ ਜਿਹੜੀ ਹੈ, ਇਹ ਤੇ ਸਾਧ ਸੰਗਤ ਜੀ ਦਾ ਸੁਭਾਅ ਹੀ ਇਹੋ ਹੈ, ਪਿੱਠ ਪਿੱਛੇ ਛੁਰੇ ਖੋਬਣੇ। ਜਿਹਦੇ ਕੋ ਖਾਣਾ ਉਸੇ ਨੂੰ ਹੀ ਉਲਟਾ ਕਹਿਣਾ। ਪਰ ਜਿਹੜੇ ਕਮਾਈ ਵਾਲੀਆਂ ਰੂਹਾਂ ਹੈ, ਉਹ ਤੇ ਕਮਾਈ ਵਿੱਚ ਕਰਦੀਆਂ ਬਹੁਤ, ਕੋਈ ਕੁਝ ਵੀ ਕਰੇ ਉਹ ਆਪਣੀ ਮੰਜ਼ਿਲ ਤੇ ਪਹੁੰਚਦੇ ਹੈ। ਇਸੇ ਤਰ੍ਹਾਂ ਹੀ ਬੁਲਾਕੀ ਰਾਮ ਸੀ, ਤੇ ਉਹ ਚੁਰਾਹਾ ਸੀ, ਗੁਲਾਲ ਦਾ ਨੌਕਰ, ਚਰਵਾਹਾ ਨੌਕਰੀ ਕਰਦਾ ਸੀ, ਪਸ਼ੂ ਚਾਰਦਾ, ਵਾਹੀ ਕਰਦਾ। ਪਰ ਇਹ ਗੁਲਾਲ ਨਹੀਂ ਸੀ ਜਾਣਦਾ ਕਿ ਬੁਲਾਕੀ ਰਾਮ ਵੀ ਕੁਛ ਹੈ, ਕਿਉਂਕਿ ਜਿੰਨਾ ਚਿਰ ਸਾਹਮਣੇ ਖੜ ਕੇ ਦਿਖਾਈ ਨਾ ਦਿੱਤਾ ਜਾਵੇ, ਵਿਚਾਰ ਨਾ ਖੁੱਲ੍ਹਣ, ਉਹਨਾਂ ਚਿਰ ਜਾਣਿਆ ਵੀ ਨਹੀਂ ਜਾ ਸਕਦਾ। ਜਿੰਨਾ ਚਿਰ ਸਾਹਮਣੇ ਹੋ ਕੇ ਉਹ ਗਿਆਨ ਦੇ ਦਰਵਾਜ਼ੇ ਖੋਲ੍ਹੇ ਨਾ ਜਾਣ, ਉਹਨਾਂ ਚਿਰ ਪਛਾਣ ਨਹੀਂ ਹੋ ਸਕਦੀ। ਇਸੇ ਤਰ੍ਹਾਂ ਬੁਲਾਕੀ ਰਾਮ ਸੀ। ਤੇ ਜਿਹੜੇ ਲੋਕ ਬਹੁਤ ਖਬਰਾਂ ਕਰਦੇ ਗੁਲਾਲ ਨੂੰ, ਜ਼ਿਮੀਂਦਾਰ ਨੂੰ, ਕਹਿੰਦੇ ਵੀ ਇਹ ਕੋਈ ਨੌਕਰ ਹੈ, ਨਾ ਕੋਈ ਢੰਗ ਦਾ ਕੰਮ ਕਰਦਾ, ਨਾ ਕੋਈ ਤਰੀਕਾ ਜਾਣਦਾ ਹੈ।
ये तो काम चोर है। बुलाकी राम ते राम चोर, तो लोग समझते उन्होंने काम चोर। बहुत शिकायत लाते लोग, पर वो जो अखां बंद करके बुलाकी राम रखदा सी, तो ਉਹਦੇ राम के नाम ਨੂੰ ਚੁਰਾਉਂਦਾ ਸੀ, लुट करदा सी राम के नाम दी। कबीर लूटना है तो लूट लै, राम नाम है लूट। तो गुलाल नूं हुण जदों बहुत शिकायत आईयां, कहंदा भी हुण मैं जावांगा। गुलाल सी जिमीदार, जिमीदार दी आकड़, जिहदे करके एक दिन गया। लोग जिवें कहंदे सी भी जिहड़े पशु है वो तो इधर उधर तुरे फिरदे है, बुलाकी राम जिहड़ा है रुख थल्ले बैठ के झूमदा रहिंदा है, अपनी मस्ती विच घूमदा है। ये सुन के गुलाल कहंदा भी मैं जावांगा। चला गया, जाके देखिया है, कहंदा लोग ठीक कहंदे सी। भेजिया है बुलाकी राम नूं वाही करन वास्ते, खेती करन वास्ते, इत्थे कर की रहा है। बैल जिहड़े हैं वो हल दे नाल वखरे खड़े हैं, इधर बुलाकी राम अपनी मस्ती विच रुख थले बैठा होया है, सिमरन विच आनंद विच है, लुट चल रही है नाम दी। पर ये गुलाल की जाने, ये जिमीदार आकड़ मन च पिछे जाके बुलाकी राम दे लक च जोर दी लत मार दी। जे सामने जांदा तो शायद लत भी ना मार सकदा, सामने जांदा तो शायद इसनूं बुलाकी राम दे विच परमेश्वर दा दर्शन हुंदा, पर पिछों जाके लत मार दी। ये जिहड़ी पिछे लत मारनी ही, ते साध संगत जी परमात्मा की पिठ ते लोग पिछे दे लत मारदे अज तक आ रहे हैं। पिठ पिछे दे खुरे चुभदे लोग आ रहे हैं। जे आमने सामने हो के मारन, शायद कोई लज्जा भी आवे, शर्म भी आवे, पर पिठ पिछे वार करना ही वो ठीक लगता है। बुलाकी राम अगे वल नूं गिरिया, डिग्गा, पर आनंद विच है, आनंद नाल उठिया, कुट के चरण फड़ ले अपने माल गुलाल दे, पैर फड़ लिया, धन्नवाद करदा है, बहुत ज़्यादा ही धन्नवाद कर रहा है। तो इधर गुलाल सोचदा भी अजीब है मेरा नौकर, ये मैं लत मारी, ये धन्नवाद कर रहा है। उधर बुलाकी राम दे अखां विच आनंद दा जाल वह रहा है। कुट के चरण फड़दा है, कहंदा मालक जो काम मैं बड़े सालों तो नहीं सी कर सकिया, अज जरा जी लत वजन के नाल ही वो मेरा काम हो गया है। जो काम मैं इन्ने समय का मेहनत करके नहीं सी कर सकिया, अज इस इशारे नाल ही पूरा हो गया है। जरूर उस मालक ने आप जी नूं भेजिया है, वो मेरा बड़ा मालक, तुसी मेरे छोटे मालक, ये मालक के इशारे नाल ही सब कुछ होया है। वो मालक के इशारे तो बिना कुछ नहीं हो सकता, तुसी लत मार ही नहीं सकते। ये जिहड़ी लत मारी है, ये उस खुदा परमेश्वर के इशारे नाल ही मारी है। तो कहता है बुलाकी राम, मालक जी क्योंकि मेरे विच बड़ी कमी सी, बहुत
ਸਮੇਂ ਦੀ ਇਹ ਕਮੀ ਚੱਲ ਰਹੀ ਸੀ, ਕਿਉਂਕਿ ਆਪ ਜੀ ਨੂੰ ਪਤਾ ਹੈ ਗਰੀਬ ਆਦਮੀ ਹਾਂ ਮੈਂ, ਜੋ ਤੁਸੀਂ ਦੇ ਦਿੰਦੇ ਹੋ ਛਕ ਲੈਂਦਾ ਹਾਂ। ਘਰ ਵਿੱਚ ਇੱਕ ਸਮੇਂ ਦਾ ਰੋਟੀ ਪਾਣੀ ਪ੍ਰਸ਼ਾਦਾ ਚੱਲਦਾ ਹੈ, ਜੋ ਦਿੰਦੇ ਹੋ ਬੱਚਿਆਂ ਨੂੰ ਦੇ ਦਿੰਦਾ ਹਾਂ, ਨਹੀਂ ਤੇ ਬੈਠੇ ਰਹਿੰਦੇ ਹਨ। ਤੇ ਜਿਸ ਕਰਕੇ ਆਪ ਜੀ ਨੂੰ ਤੇ ਪਤਾ ਹੀ ਹੈ ਕਿ ਲੋਕ ਮੈਨੂੰ ਚੋਰ, ਕਾਮ ਚੋਰ ਕਹਿੰਦੇ ਹੈ, ਪਰ ਮੈਂ ਕੀ ਕਰਾਂ, ਇੱਧਰੋਂ ਫੁਰਸਤ ਮਿਲੇ ਫੇਰ ਹੀ ਮੈਂ ਕੰਮ ਕਰਾਂ, ਫੇਰ ਹੀ ਮੈਂ ਆਪ ਜੀ ਦਾ ਕੰਮ ਕਰਾਂ। ਜੇ ਇਸ ਆਨੰਦ ਵਿੱਚੋਂ ਦੂਰ ਹੋਵਾਂ ਤੇ ਜਦੋਂ ਵੀ ਮੈਂ ਧਿਆਨ ਕਰਦਾ ਸਾਂ, ਮਾਲਕ ਜੀ ਮੇਰੇ 'ਚ ਬਹੁਤ ਕਮੀ ਸੀ। ਉਹ ਵਿਚਾਰ ਮੇਰੇ ਵਿੱਚ ਹਮੇਸ਼ਾ ਚੱਲਦੀ ਰਹਿੰਦੀ ਸੀ, ਕਿਉਂਕਿ ਗਰੀਬ ਆਦਮੀ ਹਾਂ ਤੇ ਮੈਂ ਬਹੁਤ ਵਿਚਾਰਾ ਕਰਦਾ ਹਾਂ ਕਿ ਸੰਤਾਂ ਨੂੰ, ਸਾਧੂਆਂ ਨੂੰ, ਸੰਨਿਆਸੀਆਂ ਨੂੰ ਨਿਮੰਤਰਣ ਦੇਵਾਂ, ਭੋਜਨ ਛਕਾਵਾਂ, ਪਰ ਇੰਨੀ ਮੇਰੀ ਹੈਸੀਅਤ ਨਹੀਂ, ਇੰਨੀ ਮੇਰੀ ਔਕਾਤ ਨਹੀਂ, ਮੈਂ ਕੀ ਖਵਾ ਸਕਦਾ ਹਾਂ। ਜਿਸ ਕਰਕੇ ਮੈਂ ਮਾਲਕ ਜੀ ਰੋਜ਼ ਹੀ ਜਦੋਂ ਵੀ ਸਮਾਧੀ ਵਿੱਚ ਬੈਠਦਾ ਧਿਆਨ ਕਰਨ, ਤੇ ਹਮੇਸ਼ਾ ਇਹੀ ਵਿਚਾਰ ਮੇਰੇ ਮਨ 'ਚ ਆਉਂਦੀ ਹੈ। ਬਹੁਤ ਮੈਂ ਭੋਜਨ ਤਿਆਰ ਕਰਦਾ, ਸਭ ਸੰਤਾਂ ਨੂੰ ਸੱਦਦਾ ਹਾਂ, ਸੰਤੋ ਆਓ, ਤੁਸੀਂ ਵੀ ਆਓ, ਤੁਸੀਂ ਵੀ ਆਓ। ਬਹੁਤ ਸੰਤ ਸੱਦਦਾ ਹਾਂ ਸਮਾਧੀ ਵਿੱਚ। ਉਹਨਾਂ ਸੰਤਾਂ ਨੂੰ ਫਿਰ ਕਹਿੰਦਾ ਹਾਂ ਬੈਠੋ, ਆਪ ਜੀ ਨੂੰ ਮੈਂ ਭੋਜਨ ਛਕਾਵਾਂ। ਕਿੰਨੇ ਪ੍ਰਕਾਰ ਦੇ, 36 ਪ੍ਰਕਾਰ ਦੇ ਭੋਜਨ ਬਣਾਉਂਦਾ ਹਾਂ ਮਾਲਕ ਜੀ, ਬਹੁਤ ਕੁਝ ਤਿਆਰ ਕਰਦਾ ਹਾਂ। ਕੀ ਦੱਸਾਂ ਮੈਂ ਕੀ ਬਣਾਉਂਦਾ ਹਾਂ ਮਾਲਕ। ਅੱਜ ਵੀ ਇਹ ਕੁਝ ਹੋ ਰਿਹਾ ਸੀ ਜਦੋਂ ਮੈਂ ਧਿਆਨ ਕਰ ਰਿਹਾ ਸਾਂ, ਤੇ ਇਹ ਮੇਰੇ ਅੰਦਰ ਵਿਚਾਰ ਹੋ ਰਹੀ ਸੀ। ਸੰਤਾਂ ਨੂੰ ਮੈਂ ਬੁਲਾਇਆ ਹੈ, ਭੋਜਨ ਛਕਾ ਰਿਹਾ ਸਾਂ, ਸਭ ਕੁਝ ਵੰਡ ਦਿੱਤਾ ਹੈ, ਤੇ ਹੁਣ ਮੈਂ ਦਹੀਂ ਦੀ ਜਿਹੜਾ ਭਾਂਡਾ ਹੈ ਉਹਦੇ ਵਿੱਚੋਂ ਦਹੀਂ ਵਰਤਾ ਰਿਹਾ ਸਾਂ। ਇੰਨੇ ਨੂੰ ਆਪ ਜੀ ਨੇ ਆ ਕੇ ਮੇਰੇ ਪਿੱਠ 'ਤੇ ਲੱਤ ਮਾਰੀ ਹੈ। ਉਹ ਦਹੀਂ ਜਿਹੜਾ ਡਿੱਗ ਪਿਆ, ਦਹੀਂ ਇੱਧਰ ਬਿੱਤਰ ਬਿਖਰ ਗਿਆ, ਡਿੱਗ ਪਿਆ, ਸਾਰਾ ਖਿਲਰ ਗਿਆ ਜਦੋਂ ਆਪ ਜੀ ਨੇ ਲੱਤ ਮਾਰੀ ਹੈ। ਮਾਲਕ ਮੈਂ ਆਪ ਜੀ ਦਾ ਕੈਸੇ ਧੰਨਵਾਦ ਕਰਾਂ ਕਿ ਜਦੋਂ ਆਪ ਜੀ ਨੇ ਲੱਤ ਮਾਰੀ ਹੈ, ਉਹ ਜੋ ਦਹੀਂ ਡਿੱਗਾ ਸੁਪਨੇ ਵਿੱਚ, ਉਹ ਧਿਆਨ ਵਿੱਚ, ਤੇ ਉਹ ਸੰਤ ਸਾਰੇ ਮੇਰੇ 'ਤੇ ਕ੍ਰੋਧਿਤ ਹੋ ਕੇ ਚਲੇ ਗਏ। ਇਹਨਾਂ ਨੂੰ ਜਿਹੜੀ ਆਪ ਜੀ ਦੀ ਲੱਤ ਵੱਜੀ ਹੈ, ਉਹ ਲੱਤ ਵੱਜਣ ਮਾਤਰ ਹੀ ਜਿਹੜੀ ਮੇਰੇ ਮਨ ਦੇ ਵਿਚਾਰ ਸੀ ਉੱਥੇ ਸਾਰੇ ਖਤਮ ਹੋ ਗਏ। ਉੱਥੇ ਉਹ ਸਭ ਮਿਟ ਗਏ ਜੋ ਮੇਰੇ ਮਨ 'ਚ ਵਿਚਾਰਾਂ ਧਿਆਨ ਲਾਉਂਦਿਆਂ ਆਉਂਦੀਆਂ ਸੀ ਨਾ ਨਿੱਤ, ਉਹ ਆਪ ਜੀ ਦੀ ਲੱਤ ਮਾਰਨੇ ਕਰਕੇ ਮੇਰੀ ਸਾਰੀ ਵਿਚਾਰਧਾਰਾ ਚਲੀ ਗਈ। ਮੇਰਾ ਛਿਨ ਮਾਤਰ ਵਿੱਚ ਮਨ ਐ ਸਥਿਰ ਹੋ ਗਿਆ, ਟਿਕ ਗਿਆ। ਮੈਂ ਆਪ ਜੀ ਦਾ ਮਾਲਕ ਜੀ ਕਿਵੇਂ ਧੰਨਵਾਦ ਕਰਾਂ, ਕਿਹੜੇ ਮੂੰਹ ਨਾਲ ਕਰਾਂ। ਸੁਣ ਕੇ ਗੁਲਾਲ ਤੇ ਮਾਲਕ ਹੱਕਾ ਬੱਕਾ ਰਹਿ ਗਿਆ, ਕਹਿੰਦਾ ਵੀ ਇਹ ਕੀ ਮੈਂ ਕਰ ਬੈਠਾ ਹਾਂ। ਗੁਲਾਲ ਮਾਲਕ ਦੇ ਅੱਖਾਂ ਵਿੱਚੋਂ ਵੀ ਪਾਣੀ ਆ ਗਿਆ ਤੇ ਬੁਲਾਕੀ ਰਾਮ ਦੇ ਚਰਨ ਫੜ ਲਏ। ਕਹਿੰਦਾ ਮੈਨੂੰ ਮਾਫ਼ ਕਰੋ, क्षमा ਕਰੋ ਸਤਿਗੁਰੂ ਜੀ। ਉਸ ਦਿਨ ਤੋਂ ਬੁਲਾਕੀ ਰਾਮ ਦਾ ਨਾਮ ਬੁੱਲੇ ਸ਼ਾਹ ਹੋ ਗਿਆ, ਜਿਹਨੂੰ ਅੱਜ ਆਪਾਂ ਬੁੱਲੇ ਸ਼ਾਹ ਨਾਮ ਦੇ ਨਾਲ ਫਕੀਰ ਨੂੰ ਜਾਣਦੇ ਹਾਂ, ਤੇ ਬੁਲਾਕੀ ਰਾਮ ਤੋਂ ਬੁੱਲੇ ਸ਼ਾਹ ਹੋ ਗਿਆ। ਤੇ ਉਸ ਦਿਨ ਜਿਸ ਦਿਨ ਗੁਲਾਲ ਮਾਲਕ ਨੇ ਆਪਣੇ ਨੌਕਰ ਨੂੰ ਆਪਣਾ ਗੁਰੂ ਮੰਨ ਲਿਆ, ਬੁੱਲੇ ਸ਼ਾਹ ਨੂੰ, ਤੇ ਬਹੁਤ ਜਿਹੜੇ ਨੌਕਰ, ਬਹੁਤ ਜਿਹੜੇ ਲੋਕ ਬੁੱਲੇ ਸ਼ਾਹ ਦੇ ਜਿਹੜੇ ਚੇਲੇ ਬਣ ਗਏ। ਪਰ ਬੁੱਲੇ ਸ਼ਾਹ ਹੀ ਕਹਿੰਦਾ ਰਿਹਾ, ਕਹਿੰਦਾ ਜੋ ਵੀ ਹੋਵੇ, ਜੋ ਵੀ ਹੋਵੇ, ਮੇਰੇ ਮਾਲਕ ਗੁਲਾਲ ਜੇ ਲੱਤ ਨਾ ਮਾਰਦਾ ਤੇ ਅੱਜ ਮੈਂ ਇੱਥੇ ਨਾ ਹੁੰਦਾ। ਉਸ ਮੇਰੇ ਮਾਲਕ ਦੇ ਗੁਲਾਲ ਦੀ ਲੱਤ ਵਿੱਚ ਹੀ ਪਰਮੇਸ਼ਰ ਨੇ ਲੱਤ ਮਾਰੀ ਹੈ।
ਅੱਜ ਮੈਂ ਸਫਲ ਹੋ ਗਿਆ ਹਾਂ। ਚਾਹੇ ਮੇਰਾ ਮਾਲਕ ਮੈਨੂੰ ਗੁਰੂ ਕਹੇ, ਮੈਨੂੰ ਪੀਰ ਕਵੇ ਆਪਣਾ, ਪਰ ਮੈਂ ਤੇ ਆਪਣਾ ਗੁਰੂ ਗੁਲਾਲ ਨੂੰ ਹੀ ਮੰਨਦਾ ਹਾਂ। ਦਾਤ ਦ੍ਰਿਸ਼ਟਾ ਸਾਧ ਸੰਗਤ ਜੀ, ਜਿਹੜੇ ਰੱਬ ਦੇ ਪਿਆਰੇ ਹੈ, ਪਰਮੇਸ਼ਰ ਦੇ ਨਾਮ ਵਿੱਚ ਉਹ ਟਿਕੇ ਹੋਏ ਹੈ, ਸਮਾਧੀਆਂ ਵਿੱਚ ਟਿਕੇ ਹੈ, ਪਰ ਲੋਕ ਨਹੀਂ ਸਮਝਦੇ, ਲੋਕ ਨਹੀਂ ਜਾਣਦੇ, ਜਿਹਦੇ ਕਰਕੇ ਕਾਮ ਚੋਰ, ਹਰਾਮ ਖੋਰ ਇਸ ਤਰ੍ਹਾਂ ਕਹਿੰਦੇ ਹੈ। ਪਰ ਉਹ ਜੋ ਸਮਾਧੀ ਵਿੱਚ ਹੈ, ਉਹਦੇ ਨਾਲ ਕਦੇ ਖੁੱਲ੍ਹ ਕੇ ਵਿਚਾਰ ਹੋਵੇ, ਕਦੇ ਉਹਦੇ ਨਾਲ ਟਾਕਰਾ ਹੋਵੇ, ਸਾਹਮਣੇ ਲੋਕ ਭਾਵਨਾ ਨਾ ਵੇਖਣ ਫਿਰ ਹੀ ਪਛਾਣ ਸਕਦੇ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਪਰਮੇਸ਼ਰ ਪਰਮਾਤਮਾ ਹੈ। ਨਿੰਦਕ ਲੋਕ ਕੀ ਜਾਣਨ ਮਹਾਰਾਜ ਜੀ ਨੂੰ, ਜਦੋਂ ਗੁਰੂ ਜੀ ਦੇ ਸਾਹਮਣੇ ਹੋ ਕੇ ਕਦੀ ਵਿਚਾਰ ਹੀ ਨਹੀਂ ਕੀਤੀ, ਗੁਰੂ ਦਾ ਦਰਸ਼ਨ ਹੀ ਨਹੀਂ ਖੁੱਲ੍ਹਾ ਡੁੱਲਾ ਕੀਤਾ, ਕੀ ਪਛਾਣਨ ਉਹ ਤੇ ਬਸ ਨਿੰਦਿਆ ਕਰਨ ਵਾਲੇ, ਨਿੰਦਿਆ ਕਰ ਕਰਕੇ ਨਵਾਬ ਨੂੰ ਦੱਸਣ ਵਾਲੇ। ਪਰ ਮਹਾਰਾਜ ਨਿਮਰਤਾ ਵਾਲੇ, ਜਿਵੇਂ ਬੁੱਲੇ ਸ਼ਾਹ ਨੇ ਆਪਣੇ ਮਾਲਕ ਦੇ ਚਰਨ ਫੜੇ, ਕੋਈ ਗਮੀ ਨਹੀਂ ਹੈ, ਇਸੇ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜ ਨੂੰ ਕਿਸੇ ਦੀ ਗਮੀ ਨਹੀਂ। ਮਹਾਰਾਜ ਸ਼ਾਂਤ ਚਿੱਤ ਹਰਕ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਕੋਈ ਮਾਣ ਕਰੇ, ਅਪਮਾਨ ਕਰੇ, ਖੁਸ਼ੀ ਹੋਵੇ, ਗਮੀ ਹੋਵੇ, ਗੁਰੂ ਜੀ ਨਿਆਰੇ ਹੈ ਸਦਾ। ਇਹ ਸਤਿਗੁਰ ਜੀ ਦਾ ਆਪਾਂ ਪ੍ਰਸੰਗ ਸਰਵਣ ਕਰ ਰਹੇ ਸਾਂ। ਰਹਿੰਦਾ ਜੋ ਪ੍ਰਸੰਗ ਹੈ ਗੁਰੂ ਮਹਾਰਾਜ ਜੀ ਦਾ, ਉਹ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ। ਬੜੇ ਪਿਆਰ ਸਤਿਕਾਰ ਅਦਬ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਮਲ ਬਦਨ ਜਬ ਸਦਨ ਮਹਿ। ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸੇਵਾ ਹੈ, ਮਾਤਾ ਸੁਲੱਖਣੀ ਜੀ ਹੁਣ ਜਿਵੇਂ ਗੁਰੂ ਜੀ ਕਹਿੰਦੇ ਉਸੇ ਤਰ੍ਹਾਂ ਹੀ ਕਰਦੇ ਹਨ। ਕਿਉਂਕਿ ਮਾਤਾ ਚੰਦੋ ਰਾਣੀ ਜੀ ਸਮਝਾ ਕੇ ਗਏ ਸਨ, ਪੁੱਤਰੀ ਤੁਸੀਂ ਆਪਣੇ ਪਤੀ ਦੀ ਸੇਵਾ ਕਰੋ, ਮਾਲਕ ਦੀ ਸੇਵਾ ਕਰੋਗੇ, ਸਭ ਤਰ੍ਹਾਂ ਦੇ ਸੁੱਖ ਜਿਹੜੇ ਪ੍ਰਾਪਤ ਕਰੋਗੇ, ਸੁੱਖ ਮਾਣੋਗੇ। ਜਿਸ ਕਰਕੇ ਇੱਧਰ ਜੇ ਉਹ ਮਾਤਾ ਸੁਲੱਖਣੀ ਜੀ ਹੈ, ਗੁਰੂ ਮਹਾਰਾਜ ਦੀ ਸਭ ਤਰ੍ਹਾਂ ਨਾਲ ਹੀ ਸੇਵਾ ਕਰਦੇ ਹੈ। ਕਮਲ ਵਰਗੇ ਮੁਖ ਵਾਲੇ ਮਹਾਰਾਜ ਗੁਰੂ ਜੀ ਜਦੋਂ ਵੀ ਆਉਂਦੇ ਹਨ ਘਰ ਦੇ ਵਿੱਚ, ਬੈਸਹਿ ਆਨ ਮੁਕੰਦ। ਤੇ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਮੁਕਤੀ ਦੇ ਦਾਤੇ ਜਦੋਂ ਆਪਣੇ ਘਰ ਵਿੱਚ ਆ ਕੇ ਬੈਠਦੇ ਹਨ, ਦਾਸੀ ਘਰ ਤੇ ਬਿਜਨ ਲੇ। ਮਾਤਾ ਸੁਲੱਖਣੀ ਜੀ ਜਿਹੜੀਆਂ ਕੋਈ ਦਾਸੀਆਂ ਸੇਵਾ ਕਰਨ ਵਾਲੀਆਂ ਹਨ ਘਰ ਵਿੱਚ, ਉਹਨਾਂ ਪਾਸੋਂ ਜਿਹੜਾ ਆਪਣੇ ਹੱਥਾਂ ਵਿੱਚ, ਉਹਨਾਂ ਹੱਥਾਂ ਦੇ ਵਿੱਚੋਂ ਆਪਣੇ ਹੱਥਾਂ ਵਿੱਚ ਪੱਖਾ ਜਿਹਾ ਲੈ ਲੈਂਦੇ ਹਨ। ਪੌਣ ਝੁਲਾਵਹਿ ਮੰਦ। ਤੇ ਹੌਲੀ ਹੌਲੀ ਉਹ ਪੱਖੇ ਨੂੰ ਗੁਰੂ ਮਹਾਰਾਜ ਜੀ ਵੱਲ ਕਰਕੇ ਝੱਲਣਾ ਕਰਦੇ ਹਨ ਜੀ। ਸੀਤਲ ਜਲ ਨਿਜ ਹੱਥ ਲੈ। ਤੇ ਫਿਰ ਜਿਹੜਾ ਹੈ ਠੰਡਾ ਜਿਹੜਾ ਜਲ ਹੈ ਉਹਨੂੰ ਹੱਥਾਂ ਦੇ ਵਿੱਚ ਲੈ ਕਰਕੇ ਪਾਦ ਪਖਾਰ ਸਪ੍ਰੀਤ। ਤੇ ਗੁਰੂ ਜੀ ਦੇ ਜਿਹੜੇ ਚਰਨ ਹੈ ਉਹ ਬਹੁਤ ਹੀ ਪ੍ਰੀਤੀ ਪ੍ਰੇਮ ਨਾਲ ਹੀ ਮਾਤਾ ਸੁਲੱਖਣੀ ਜੀ ਧੋਂਦੇ ਹਨ। ਪੁਨ ਅੰਚਰ ਸੋ ਪਹੁੰਚ ਕੇ। ਫਿਰ ਜਿਹੜਾ ਹੈ ਸੋਹਣਾ ਕੋਈ ਵਸਤਰ ਲੈ ਕੇ ਮੁਲਾਇਮ ਜਿਹਾ ਉਹਨਾਂ ਨਾਲ ਗੁਰੂ ਜੀ ਦੇ ਚਰਨ ਪੂੰਝ ਕੇ ਸੇਵਤਿਆ ਬਿਦਨੀਤ। ਇਸ ਤਰ੍ਹਾਂ ਮਾਤਾ ਸੁਲੱਖਣੀ ਜੀ ਹਮੇਸ਼ਾ ਹੀ ਗੁਰੂ ਜੀ ਦੀ ਮਹਾਨ ਹੀ ਸੇਵਾ ਕਰਦੇ ਹੈ, ਗੁਰੂ ਜੀ ਦੇ ਚਰਨ ਪਖਾਰਦੇ ਹੈ ਤੇ ਗੁਰੂ ਜੀ ਨੂੰ ਪੱਖਾ ਝੱਲਦੇ ਹੈ,
ਅੱਗੇ ਪਿੱਛੇ ਹੋ ਕੇ ਸੇਵਾ ਕਰਦੇ ਰਾਤ ਦਿਨ। ਸਦਨ ਵਿਖੈ ਸੇਵਾ ਸਰਬ, ਘਰ ਦੇ ਵਿੱਚ ਜਿਹੜੇ ਕੋਈ ਸਾਰੀ ਸੇਵਾ ਸੀ, ਦਾਸੀ ਦਾਸ ਹਟਾਏ, ਦਾਸੀਆਂ ਦਾਸ ਨੌਕਰ ਨੌਕਰਾਣੀਆਂ ਸਾਰੇ ਹਟਾ ਦਿੱਤੇ ਹੈ ਮਾਤਾ ਜੀ ਨੇ। ਕਰਤ ਸੁਲਖਣੀ ਭਾਉ ਧਰ, ਮਾਤਾ ਸੁਲੱਖਣੀ ਜੀ ਬਹੁਤਾ ਪ੍ਰੇਮ ਪਿਆਰ ਧਾਰ ਕੇ, ਮਨ ਕੋ ਮਾਨ ਮਿਟਾਏ, ਬੜਾ ਪ੍ਰੇਮ ਧਾਰ ਕੇ ਗੁਰੂ ਜੀ ਦੀ ਸੇਵਾ ਕਰਦੇ, ਮਨ ਦੇ ਮਾਣ ਨੂੰ ਹਟਾ ਕੇ ਕਿ ਵੀ ਮੈਂ ਚੰਗੇ ਖਾਨਦਾਨ ਦੀ ਹਾਂ, ਮੈਂ ਕੋ ਆਹ ਕੰਮ ਕਰਾਂ, ਮੈਨੂੰ ਨਹੀਂ ਕਰਨਾ ਚਾਹੀਦਾ, ਮੈਂ ਤੇ ਪੇਕੇ ਘਰ ਵਿੱਚ ਬਹੁਤ ਲਾਡਲੀ ਪਿਆਰੀ ਰਹੀ ਹਾਂ। ਇਹ ਸਾਰੇ ਮਨ ਦੇ ਮਾਣ ਨੂੰ ਹਟਾ ਕੇ ਤੇ ਬੜਾ ਪ੍ਰੇਮ ਧਾਰ ਕੇ ਗੁਰੂ ਦੀ ਸੇਵਾ ਕਰਦੇ ਹਨ। ਤੋਟਕ ਛੰਦ ਘਰ ਜਾਚਨ ਜਾਚਕ ਆਵਤ ਹੈ, ਘਰ ਦੇ ਵਿੱਚ ਜਿਹੜਾ ਵੀ ਕੋਈ ਮੰਗਣ ਵਾਲਾ ਮੰਗਤਾ ਮੰਗਣ ਵਾਸਤੇ ਆਉਂਦਾ ਹੈ, ਔਰ ਚਾਹਤ ਸੋ ਤਹ ਪਾਵਤ ਹੈ, ਹਿਰਦੇ ਵਿੱਚ ਜੋ ਵੀ ਚਾਹੁੰਦਾ ਹੈ ਨਾ ਮੰਗਤਾ ਆ ਕੇ ਉਹੀਓ ਪਾ ਲੈਂਦੇ ਹਨ। ਨਹਿ ਜਾਵਤ ਸ਼ੂਸ਼ ਮੁਰਿਓ ਕਰਤੇ, ਜਿਹੜਾ ਵੀ ਆਉਂਦਾ ਹੈ ਮੰਗਤਾ ਉਹ ਘਰ ਵਾਲ ਨੂੰ ਖਾਲੀ ਨਹੀਂ ਜਾਂਦਾ। ਹਰ ਖਾਤ ਉਦਾਰਤ ਦੈ ਕਰਤੇ, ਮਾਤਾ ਜੀ ਆਪਣਾ ਸਖੀ ਪੁਣੇ ਵਾਲਾ ਖੁੱਲ੍ਹ ਦਿਲੀ ਵਾਲਾ ਸੁਭਾਅ ਬਣਾ ਕੇ ਆਪਣੇ ਹੱਥਾਂ ਨਾਲ ਦੇ ਕਰਕੇ ਤੇ ਬਹੁਤ ਖੁਸ਼ ਹੁੰਦੇ ਹਨ। ਜਿਵ ਸ੍ਰੀ ਗੁਰ ਆਪਨ ਦੇਤ ਤਹਾਂ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਹੱਟ ਮੋਦੀਖਾਨੇ ਵਿੱਚ ਉੱਥੇ ਦਾਨ ਪੁੰਨ ਦਿੰਦੇ ਹੈ ਵਾਧੂ ਵਸਤਾਂ ਗਰੀਬਾਂ ਨਾਥਾਂ ਨੂੰ। ਤਿਵ ਦੇਨ ਲੱਗੀ ਸੁਖ ਹੋਤ ਮਹਾ, ਉਸੇ ਤਰ੍ਹਾਂ ਹੀ ਮਾਤਾ ਸੁਲੱਖਣੀ ਜੀ ਵੀ ਜਿਹੜਾ ਕੋਈ ਘਰ ਵਿੱਚ ਗਰੀਬ ਆਉਂਦਾ ਹੈ ਮੰਗਣ ਵਾਲਾ ਨੂੰ ਖੁੱਲ੍ਹਾ ਹੀ ਦਾਨ ਦਿੰਦੇ ਹੈ ਤੇ ਬਹੁਤ ਮਹਾਨ ਹੀ ਸੁੱਖ ਹੋ ਰਿਹਾ ਹੈ। ਹਰਖੈ ਜਿਸ ਰੀਤ ਕਰੈ ਪੁਨ ਸੋ, ਇਹ ਮਾਤਾ ਜੀ ਉਸੇ ਤਰ੍ਹਾਂ ਹੀ ਉਸੇ ਰੀਤੀ ਨਾਲ ਹੀ ਕਰਦੇ ਆ ਸਾਰਾ ਕੰਮ, ਸਾਰਾ ਦਾਨ ਪੁੰਨ, ਜਿਹਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਖੁਸ਼ ਰਹਿਣ। ਅਨੁਸਾਰ ਰਹਿ ਤਨ ਓ ਮਨ ਸੋ, ਇਸ ਤਰ੍ਹਾਂ ਤਨ ਕਰਕੇ ਮਨ ਕਰਕੇ ਬਾਣੀ ਕਰਕੇ ਮਾਤਾ ਸੁਲੱਖਣੀ ਜੀ ਸਤਿਗੁਰ ਜੀ ਦੀ ਆਗਿਆ ਅਨੁਸਾਰ ਹੀ ਰਹਿੰਦੇ ਹਨ। ਦੋਹਰਾ ਆਰੰਤਾ ਟਿਗ ਸੁਧ ਫਟਕ, ਆ ਜਿਵੇਂ ਸਾਫ਼ ਸ਼ੀਸ਼ਾ ਹੋਵੇ ਜਾਂ ਸਫਟਕ ਮਣੀ ਹੁੰਦੀ ਹੈ ਇੱਕ ਚਿੱਟੇ ਰੰਗ ਦੀ ਸਾਫ਼ ਕੱਚ ਦੀ, ਉਹਦੇ ਕੋਲ ਜਿਵੇਂ ਲਾਲ ਕੱਪੜਾ, ਜਿਉ ਆਰਨ ਹੁਵੈ ਜਾਤ, ਉਹਦੇ ਲਾਗੇ ਸਫਟਕ ਮਣੀ ਦੇ ਲਈ ਜੇ ਲਾਲ ਕੱਪੜਾ ਹੋ ਜਾਵੇ ਤੇ ਉਹ ਮਣੀ ਜਿਹੜੀ ਹੈ ਉਹ ਲਾਲ ਹੀ ਹੋ ਜਾਂਦੀ ਹੈ। ਉਹ ਸਫਟਕ ਮਣੀ ਹੈ, ਜਿਸ ਲਾਗੇ ਉਹਦਾ ਇਹ ਗੁਣ ਹੈ ਉਹਦੇ ਵਿੱਚ ਵੀ ਜਿਸ ਰੰਗ ਦੀ ਚੀਜ਼ ਲਾਗੇ ਉਹਨੂੰ ਰੱਖ ਦਿਓਗੇ ਉਹੋ ਜਿਹਾ ਹੀ ਉਹ ਰੰਗ ਫੜ ਲੈਂਦੀ ਹੈ। ਕਹਿੰਦੇ ਜਿਵੇਂ ਉਹ ਸੁੱਧ ਫਟਕ ਸੁੱਧ ਸ਼ੀਸ਼ਾ ਜਾਂ ਸਫਟਕ ਮਣੀ ਜੋ ਲਾਲ ਕੱਪੜੇ ਲਾਲ ਰੰਗ ਦੇ ਕੋਈ ਚੀਜ਼ ਦੇ ਪਾਸ ਵਸਤੂ ਕੋਲ ਰੱਖ ਦੇਵੇ ਤੇ ਉਹ ਮਣੀ ਲਾਲ ਹੀ ਹੋ ਜਾਂਦੀ ਹੈ। ਤਿਉ ਸ੍ਰੀ ਗੁਰੂ ਪ੍ਰਤਾਪ ਤੇ, ਇਸੇ ਤਰ੍ਹਾਂ ਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੇਜ ਪ੍ਰਤਾਪ ਕਰਕੇ ਭਾਈ ਅਧਿਕ ਵਰਦਾਤ, ਮਾਤਾ ਸੁਲੱਖਣੀ ਜੀ ਵੀ ਬਹੁਤਾ ਵਰਾਂ ਨੂੰ ਦੇਣ ਵਾਲੇ ਹੋ ਗਏ ਹੈ, ਸਭ ਨੂੰ ਮਹਾਨ ਹੀ ਦਾਨ ਪੁੰਨ ਦਿੰਦੇ ਹੈ। ਹੁਣ ਸ੍ਰੀ ਨਾਨਕ ਪ੍ਰਸਿੱਧ ਹੋਵੈ, ਇੱਧਰੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿ ਸਾਡੇ ਮਹਿਲ ਸੁਪਤਨੀ ਬਹੁਤ ਦਾਨ ਪੁੰਨ ਕਰਦੇ, ਘਰ ਆਏ ਮੰਗਤਿਆਂ ਨੂੰ ਗੁਰੂ ਜੀ ਬੜੇ ਪ੍ਰਸੰਨ ਹੁੰਦੇ ਹਨ। ਕਰੁਣਾ ਕਰਤ ਅਪਾਰ, ਬੇਅੰਤੀ ਜਿਹੜੀ ਆਪਣੀ ਦਇਆ ਕਿਰਪਾ ਕਰ ਰਹੇ ਹਨ। ਰਜਨੀ ਰਾਜ ਹੈ ਪੌਣ ਮਹਿ, ਜਦੋਂ ਰਾਤ ਪੈਂਦੀ ਰਾਤ ਨੂੰ ਗੁਰੂ ਜੀ ਘਰ ਬਿਰਾਜਦੇ ਹੈ, ਘਰ ਵਿੱਚ ਹੀ ਬਿਰਾਜਦੇ ਹਨ ਰਾਤ ਸਮੇਂ।
ਬਾਸੁਰ ਆਪਨ ਟਾਰ। ਤੇ ਦਿਨ ਸਮੇਂ ਆਪਣਾ ਜਿਹੜਾ ਹੱਟ ਵਿੱਚ ਸਮਾਂ ਬਿਤਾਉਂਦੇ ਹਨ। ਸਮਾਂ ਬਤੀਤਿਓ ਕਿਤਕ ਜਬ। ਜਦੋਂ ਕੁਝ ਕੁ ਸਮਾਂ ਇਸ ਤਰ੍ਹਾਂ ਕਰਦਿਆਂ ਲੰਘ ਗਿਆ, ਬੀਤ ਗਿਆ। ਸਾਧ ਵਿਪਤ ਸੰਜੋਗ। ਇਸ ਤਰ੍ਹਾਂ ਪਤੀ ਸਤੀ ਦਾ ਜਿਹੜਾ ਸੰਬੰਧ ਹੋਇਆ। ਗਰਭ ਧਰਨ ਨੀਕੋ ਬਹਰ। ਮਾਤਾ ਸੁਲੱਖਣੀ ਨੇ ਮੁੜ ਜਿਹੜਾ ਹੈ ਗਰਭ ਨੂੰ ਧਾਰਨ ਕੀਤਾ। ਹਰਖੀ ਔਰ ਹਰ ਸੋਗ। ਆ ਜਿਹੜਾ ਮਨ 'ਚ ਗਮ ਜਿਹਾ ਸੀ, ਪਰੇਸ਼ਾਨੀ ਸੀ, ਉਹਨੂੰ ਛੱਡ ਦਿੱਤਾ ਹੈ ਤੇ ਹਿਰਦੇ ਵਿੱਚ ਬਹੁਤ ਖੁਸ਼ ਹੋਏ ਹੈ ਮਾਤਾ ਜੀ। ਸਵਈਆ ਤਿਹ ਕਾਲ ਮੈਂ ਸਾਲ 32 ਕੀ ਬੈਸ। ਉਸ ਸਮੇਂ ਭਾਵ ਜਦੋਂ ਮਾਤਾ ਸੁਲੱਖਣੀ ਜੀ ਨੇ ਗਰਭ ਧਾਰਨ ਕੀਤਾ, ਉਸ ਸਮੇਂ ਸਤਿਗੁਰੂ ਜੀ ਦੀ ਜਿਹੜੀ ਉਮਰਾ ਸੀ ਸਰੀਰ ਦੀ, ਉਹ 32 ਕੁ ਸਾਲ ਦੀ ਹੈ ਸੀ। ਕਈ ਇਤਿਹਾਸਕਾਰ 28 ਕੁ ਸਾਲ ਲਿਖਦੇ ਹਨ, ਪਰ ਜੋ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦੀ ਬੜੀ ਤਗੜੀ ਖੋਜ ਸੀ, ਜੋ ਪੂਰਨ ਬ੍ਰਹਮ ਗਿਆਨੀ ਸਨ, ਉਹ ਮਹਾਂਪੁਰਸ਼ਾਂ ਨੇ ਐਵੇਂ ਖੋਜ ਕਰਕੇ ਇਸ ਦੱਸਿਆ ਜਾਂਦਾ ਸੀ ਵਿਦਿਆਰਥੀਆਂ ਨੂੰ ਵੀ ਜਿਸ ਸਮੇਂ ਮਾਤਾ ਸੁਲੱਖਣੀ ਜੀ ਨੇ ਗਰਭ ਧਾਰਨ ਕੀਤਾ, ਭਾਵ ਜਦੋਂ ਗੁਰੂ ਮਹਾਰਾਜ ਜੀ ਦੇ, ਗੁਰੂ ਨਾਨਕ ਦੇਵ ਮਹਾਰਾਜ ਦੇ ਗ੍ਰਹਿ ਵੇਖੇ ਬਾਬਾ ਸ਼੍ਰੀ ਚੰਦ ਜੀ ਹੋਏ ਹੈ, ਅਤੇ ਉਸ ਵਕਤ ਸਤਿਗੁਰੂ ਜੀ ਦੀ ਜਿਹੜੀ ਉਮਰ ਉਹ 26 ਕੁ ਸਾਲ ਦੀ ਸੀ। ਇਵੇਂ ਮਹਾਂਪੁਰਖੋਂ ਦੱਸਦੇ ਹਨ, ਜਿਵੇਂ ਗੁਰੂ ਮਹਾਰਾਜ ਜੀ ਨੇ ਉਹ ਸਾਰਾ ਕੌਤਕ ਕੀਤਾ, ਅਤੇ ਜਿਵੇਂ ਮਹਾਂਪੁਰਸ਼ ਦੱਸਦੇ ਵੀ 26 ਕੁ ਸਾਲ ਦੀ ਉਮਰ ਸੀ, ਇਹੀ ਠੀਕ ਸਮਝਣਾ ਸੰਪਰਦਾ ਮੁਤਾਬਕ। ਸਰੀਰ ਧਰੇ ਬਿਤਏ ਸੁਖ ਰਾਸਾ। ਆ ਸੁੱਖਾਂ ਦੀ ਰਾਸ ਗੁਰੂ ਨਾਨਕ ਦੇਵ ਮਹਾਰਾਜ ਨੇ ਸਰੀਰ ਧਾਰ ਕੇ 26 ਕੁ ਸਾਲ ਦੇ ਬਤੀਤ ਕੀਤੇ, ਲੰਘਾਏ ਹਨ। ਕਈ ਕੋਟ ਨਿਹਾਲ ਕਰੇ ਜਨ ਮਾਨਵ। ਜੋ ਸਤਿਗੁਰੂ ਜੀ ਨੇ ਆ ਕਈ ਕਰੋੜਾਂ ਹੀ ਮਨੁੱਖਾਂ ਨੂੰ ਨਿਹਾਲ ਕੀਤਾ, ਕਿਰਤਾਰਥ ਕੀਤਾ ਹੈ। ਜਾਹੀ ਕੇ ਨਾਮ ਕੱਟੇ ਜਮ ਫਾਸਾ। ਜਿਨ੍ਹਾਂ ਸਤਿਗੁਰਾਂ ਦੇ ਨਾਮ ਦੇ ਨਾਲ ਜੰਮ ਦੀਆਂ ਫਾਹੀਆਂ ਜਿਹੜੀਆਂ ਕੱਟੀਆਂ ਜਾਂਦੀਆਂ ਹਨ। ਨਿਪਜਿਓ ਸ੍ਰੀ ਚੰਦ ਮਹਾ ਸੁਖ ਕੰਦ। ਇਸ ਤਰ੍ਹਾਂ ਜਿਹੜਾ ਹੈ ਗੁਰੂ ਨਾਨਕ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੀ ਉਦਰ ਤੋਂ ਸੁੱਖਾਂ ਦੇ ਦਾਤੇ, ਸੁੱਖਾਂ ਦੇ ਬੱਦਲ ਬਾਬਾ ਸ਼੍ਰੀ ਚੰਦ ਜੀ ਜਿਹੜੇ ਪੈਦਾ ਹੋਏ ਹੈ, ਜਿਨ੍ਹਾਂ ਦਾ ਨਾਮ ਜਦੋਂ ਪੈਦਾ ਹੋਏ ਤੇ ਨਾਮ ਸ਼੍ਰੀ ਚੰਦ ਜੀ ਰੱਖਿਆ ਗਿਆ। ਆਨੰਦ ਵੱਡਾ ਪਰਿਵਾਰ ਹੁਲਾਸਾ। ਇਸ ਤਰ੍ਹਾਂ ਬਹੁਤ ਆਨੰਦ ਵਧਿਆ ਹੈ, ਪਰਿਵਾਰ ਵਿੱਚ ਬਹੁਤ ਖੁਸ਼ੀ ਹੋਈ ਹੈ। ਸੋਨ ਤਾਸ਼ਿਨ ਨਾਨਕੀ ਅੰਗ ਨਾਮਾਵਤ। ਇੱਧਰ ਜਦੋਂ ਭੈਣ ਨਾਨਕੀ ਜੀ ਨੇ ਸੁਣਿਆ ਹੈ ਵੀ ਗੁਰੂ ਮਹਾਰਾਜ ਦੇ ਗ੍ਰਹਿ ਵਿਖੇ ਇਵੇਂ ਬਾਲਕ ਹੋਇਆ ਹੈ, ਸੁਣ ਕੇ ਤੇ ਭੈਣ ਨਾਨਕੀ ਜੀ ਉਸ ਸਮੇਂ ਅੰਗਾਂ 'ਚ ਨਹੀਂ ਸਮਾਉਂਦੇ। ਪਾਵਤ ਆਮੀ ਅਮੀ ਜਿਵ ਪਾਸਾ। ਜਿਵੇਂ ਆ ਰੋਗੀ ਮਨੁੱਖ ਜਿਹੜਾ ਕੋਲ ਹੀ ਅੰਮ੍ਰਿਤ ਨੂੰ ਪਾ ਲਵੇ ਤੇ ਅੰਮ੍ਰਿਤ ਨੂੰ ਪ੍ਰਾਪਤ ਕਰਕੇ ਪੀ ਕਰਕੇ ਤੇ ਆਪਣਾ ਰੋਗ ਦੂਰ ਕਰ ਲਵੇ, ਐਨ ਰੋਗੀ ਹੋ ਜੇ। ਬਾਦ ਮਨੋਹਰ ਤੋਰਨ ਤੂਰਨ। ਉਸੇ ਵੇਲੇ ਬੜੀ ਖੁਸ਼ੀ ਦੇ ਜਿਹੜੇ ਮਾਹੌਲ ਹੋ ਗਏ ਹੈ। ਭੈਣ ਨਾਨਕੀ ਜੀ ਨੇ ਇਵੇਂ ਦਾਸੀਆਂ ਨੂੰ ਕਹਿ ਕੇ, ਦਾਸਾਂ ਨੂੰ ਕਹਿ ਕੇ ਕਰਕੇ, ਨੌਕਰਾਣੀਆਂ ਨੂੰ, ਜਿਹੜੇ ਘਰ ਦੇ ਦਰਵਾਜ਼ੇ ਹੈ ਉਹਨਾਂ ਉੱਪਰ ਸੁੰਦਰ ਜਿਹੜੇ ਬੰਧਨਵਾਰ ਹੈ ਆ ਪੱਤਿਆਂ ਜਿਹੇ ਤੇ ਟਾਹਣੀਆਂ ਜੀਆਂ ਧਾਗਿਆਂ 'ਚ ਪਰੋ ਕੇ ਦਰਵਾਜ਼ਿਆਂ 'ਤੇ ਲਟਕਾ ਦਿੱਤੀਆਂ ਹਨ। ਔਰ ਉਸ਼ਾਹੇ ਸਪੂਰਨ ਕੀਨੇ। ਹੋਰ ਵੀ ਜਿਹੜੇ ਉਤਸ਼ਾਹ ਹੈ, ਖੁਸ਼ੀਆਂ ਸਾਰੀਆਂ ਸੰਪੂਰਨ ਕਰਨ ਲੱਗੇ ਹਨ। ਅੰਗਣ ਬਾਰ ਮੈਂ ਮੰਗਣ ਮੰਗਤ। ਵਿਹੜੇ ਵਿੱਚ ਤੇ ਦਰਵਾਜ਼ੇ ਵਿੱਚ ਮੰਗਣ ਵਾਲੇ ਜਿਹੜੇ ਬਹੁਤ ਮੰਗਤੇ ਇਕੱਠੇ ਹੋਏ ਹੈ। ਮੰਗਲ ਹੋਤ ਅਮੰਗਲ ਹੀਨੇ। ਉਹ ਮੰਗਣ ਵਾਲੇ ਮੰਗਤੇ ਜਿਹੜੇ ਮੰਗ ਰਹੇ ਆਪਣੀਆਂ ਮੁਰਾਦਾਂ ਪੂਰੀਆਂ ਕਰ ਰਹੇ ਹਨ,
ਖੁਸ਼ੀਆਂ ਮੰਗਲ ਹੋ ਰਹੇ, ਵਿਘਨ ਜਿਹੜੇ ਨਾਸ ਹੋ ਗਏ ਐ ਸਾਰੇ। ਲੈ ਨਿਜ ਪਾਨ ਦਇਓ ਧਨ ਦਾਨ। ਭੈ ਨਾਨਕੀ ਜੀ ਇਵੇਂ ਧਨ ਦਾ ਜਿਹੜਾ ਦਾਨ ਆਪਣੇ ਹੱਥਾਂ ਵਿੱਚ ਲੈ ਲੈ ਕੇ ਬਹੁਤ ਹੀ ਮੰਗਤਿਆਂ ਨੂੰ ਦੇ ਰਹੇ ਹਨ। ਸੋ ਨਾਨਕੀ ਭਾਗ ਵੱਡੇ ਸ਼ੁਭ ਚੀਨੇ। ਭੈ ਨਾਨਕੀ ਜੀ ਨੇ ਵੀ ਸਾਡੇ ਤੇ ਵੱਡੇ ਹੀ ਭਾਗ ਹੈ, ਵੱਡੇ ਭਾਗਾਂ ਨੂੰ ਹੀ ਜਾਣ ਰਹੇ ਹਨ। ਅੰਗਨਾ ਆਏ ਵਧਾਈ ਸਨ ਸੁਨਾਵਤ ਅੰਗਨਾ ਆਏ ਵਧਾਈ ਸੁਨਾਵਤ। ਵਧਾਈ ਸੁਨਾਵਤ ਜਿਹੜੀਆਂ ਕੋਲ ਗਵਾਂਢ ਵਿੱਚ ਭਾਈਚਾਰਾ ਹੈ, ਉਹ ਮਾਈਆਂ ਬੀਬੀਆਂ ਆ ਕੇ ਭੈਣ ਨਾਨਕੀ ਜੀ ਨੂੰ ਵਧਾਈਆਂ ਸੁਣਾ ਰਹੀਆਂ ਵੀ ਨਾਨਕੀ ਜੀ ਤੈਨੂੰ ਵਧਾਈਆਂ ਹੋਣ ਬਹੁਤੀਆਂ। ਯਾ ਬਿਦ ਹੋਤ ਆਨੰਦ ਨਵੀਨੇ। ਇਸ ਤਰ੍ਹਾਂ ਜਿਹੜਾ ਆਨੰਦ ਨਵੇਂ ਤੋਂ ਨਵਾਂ ਹੀ ਹੋ ਰਿਹਾ, ਖੁਸ਼ੀ ਖੇੜਾ। ਪਾਲਤ ਤਾਤ ਦੁਲਾਰਤ ਮਾਤ। ਇੱਧਰ ਮਾਤਾ ਸੁਲੱਖਣੀ ਜੀ ਬਾਬਾ ਸ਼੍ਰੀ ਚੰਦ ਆਪਣੇ ਸਪੁੱਤਰ ਨੂੰ ਬੜਾ ਸੋਹਣਾ ਪਾਲਦੇ ਪੋਸਦੇ ਆ ਤੇ ਲਾਡ ਪਿਆਰ ਕਰਦੇ ਹਨ। ਨਾਵਤ ਹਾਥਨ ਸੋ ਮਲ ਬਾਰੀ। ਸੁੰਦਰ ਜਿਹੜਾ ਜਲ ਲੈ ਕੇ ਆਪਣੇ ਹੱਥਾਂ ਨਾਲ ਹੀ ਸੁੰਦਰ ਬਾਲਕ ਬਾਬਾ ਸ਼੍ਰੀ ਚੰਦ ਜੀ ਨੂੰ ਨਵਾਉਂਦੇ ਐ ਮਾਤਾ ਜੀ। ਆਨਨ ਆਰਨ ਜਾਤ ਨਿਹਾਰਤ। ਮਲ ਮਲ ਕੇ ਨਵਾਉਂਦੇ ਐ। ਜਿਹੜਾ ਮੁਖ ਹੈ ਸੋਹਣਾ ਜਿਹਾ, ਉਸ ਮੁਖ ਕਵਲ ਵਰਗੇ ਨੂੰ ਮਾਤਾ ਜੀ ਤੱਕੀ ਜਾਂਦੇ ਹਨ। ਆਰਤ ਹਾਰ ਖਰੀ ਮੁਖ ਬਾਰੀ। ਮਾਨੋ ਦੁੱਖਾਂ ਨੂੰ ਹਾਰਨ ਵਾਲੀ, ਨਾਸ਼ ਕਰਨ ਵਾਲੀ ਮੁਖ ਜਿਹੜਾ ਹੈ ਸੋਹਣਾ, ਉਹ ਤੇ ਸੁੰਦਰ ਬਗੀਚੀ ਖਿੜੀ ਹੋਈ ਹੈ। ਨਾਰ ਮਯੰਕ ਮੁਖੀ ਚਖ ਖੰਜਨ। ਜਿਹੜੀਆਂ ਮਾਈਆਂ ਹੈ ਘਰ ਵਿੱਚ ਆ ਰਹੀਆਂ ਵਧਾਈਆਂ ਦੇਣ ਵਾਲੀਆਂ, ਜਿਨ੍ਹਾਂ ਦਾ ਮੁਖ ਚੰਦਰਮਾ ਵਾਂਗ ਹੈ, ਪ੍ਰਕਾਸ਼ ਬੜਾ ਸੁੰਦਰ, ਤੇ ਜਿਨ੍ਹਾਂ ਦੇ ਨੇਤਰਾ ਮਮੋਲੇ ਪੰਛੀ ਦੇ ਨੇਤਰਾਂ ਵਾਂਗ ਹਨ। ਅੰਕਲ ਡਾਵਤ ਜਾਵਤ ਵਾਰੀ। ਉਹ ਆਉਂਦੀਆਂ ਹੈ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਚੁੱਕ ਕੇ ਗੋਦੀ ਵਿੱਚ ਲਾਡ ਪਿਆਰ ਕਰਦੀਆਂ, ਲਡਾਉਂਦੀਆਂ ਹਨ ਤੇ ਸਦਕੇ ਵਾਰਨੇ ਜਾਂਦੀਆਂ ਹਨ। ਆਸਿਖ ਦੇ ਮੁਖ ਸੋ ਸੁਖ ਪਾਏ। ਤੇ ਬਹੁਤ ਸੀਸਾਂ ਦੇ ਰਹੀਆਂ ਐ ਵੀ ਸੁਲੱਖਣੀ ਤੂੰ ਸੁਖ ਪਾਵੇਂ। ਸੁਖਾਏ ਖਰੀ ਸੁਖ ਸੋ ਮਹਤਾਰੀ। ਇੱਧਰ ਮਾਤਾ ਸੁਲੱਖਣੀ ਜੀ ਜਿਹੜੀਆਂ ਬੜੇ ਸੁਖ ਨਾਲ ਤੇ ਉਹਨਾਂ ਨੂੰ ਜਿਹੜੀਆਂ ਅਸੀਸਾਂ ਚੰਗੀਆਂ ਲੱਗਦੀਆਂ ਹਨ, ਬੜੇ ਖੁਸ਼ ਹੁੰਦੇ ਆ ਸੁਣ ਸੁਣ ਕੇ। ਦੋਹਰਾ ਸਦਨ ਨਾਨਕੀ ਪਿਤਾ ਕੇ। ਇੱਧਰ ਭੈਣ ਨਾਨਕੀ ਜੀ ਨੇ ਆਪਣੇ ਪਿਤਾ ਭਾਵ ਗੁਰੂ ਨਾਨਕ ਦੇਵ ਮਹਾਰਾਜ ਪਿਤਾ ਕਲਿਆਣ ਚੰਦ ਜੀ ਦੇ ਘਰ ਤਲਵੰਡੀ ਨਗਰ ਸੁਧ ਪਠਈ ਸੁਖ ਰਾਸ। ਸੁਧ ਪਠਈ ਸੁਖ ਸਾਰ। ਸਾਰੇ ਸੁੱਖਾਂ ਨੂੰ, ਸ੍ਰੇਸ਼ਟ ਸੁੱਖਾਂ ਨੂੰ ਦੇਣ ਵਾਲੀ ਜਿਹੜੀ ਖਬਰ ਹੈ ਉਹ ਭੇਜ ਦਿੱਤੀ ਹੈ ਕਿ ਪਿਤਾ ਜੀ ਆ ਭਰਾ ਜੀ ਦੇ ਘਰ ਬੜਾ ਸੁੰਦਰ ਬਾਲਕ ਹੋਇਆ ਹੈ। ਸੁਨ ਕਰ ਪੋਤਰੇ ਜਨਮ ਕੀ। ਇੱਧਰ ਸੁਣ ਕਰਕੇ ਪੋਤਰੇ ਦੇ ਜਨਮ ਦੀ ਹਰਖੇ ਹਿਰਦੇ ਅਪਾਰ। ਮਾਤਾ ਤ੍ਰਿਪਤਾ ਜੀ ਪਿਤਾ ਕਲਿਆਣ ਚੰਦ ਜੀ ਹਿਰਦੇ ਵਿੱਚ ਬਹੁਤ ਖੁਸ਼ ਆਨੰਦ ਹੋਏ ਐ। ਸਵਈਆ ਕਨ ਘੋਰ ਸਿਖੀ ਅਰਬਿੰਦ ਪਿਖੇ ਰਵ। ਜਿਸ ਤਰ੍ਹਾਂ ਬੱਦਲ ਗਾਜਦੇ ਹੁਣ ਕਾਲੀਆਂ ਘਟਾਵਾਂ ਤੇ ਉਹਨਾਂ ਨੂੰ ਵੇਖ ਕੇ ਮੋਰ ਖੁਸ਼ ਹੁੰਦੇ ਐ, ਜਿਵੇਂ ਸੂਰਜ ਨੂੰ ਵੇਖ ਕੇ ਆ ਕਵਲ ਫੁੱਲ ਖਿੜਦੇ ਐ ਖੁਸ਼ ਹੁੰਦੇ। ਦਾਰਦ ਜਾਂ ਕਰ ਪਾਰਸ ਪਾਏ। ਜਿਵੇਂ ਆ ਦਰਿਦਰ ਗਰੀਬ ਤੇ ਉਹ ਪਾਰਸ ਨੂੰ ਪ੍ਰਾਪਤ ਕਰ ਲਏ, ਪਾਰਸ ਦੀ ਵੱਟੀ ਨੂੰ ਜਿਹੜਾ 7 ਧਾਤਾਂ ਨੂੰ ਸੋਨਾ ਕਰ ਦਿੰਦੀ ਹੈ। ਬਹੁ ਭੂਖੇ ਕੋ ਭੋਜਨ ਤੋਏ ਤਿਖੰਤ। ਜਿਵੇਂ ਆ ਭੁੱਖਾ ਮਨੁੱਖ ਹੋਵੇ ਬੜੇ ਦਿਨਾਂ ਦਾ, ਉਹਨੂੰ ਭੋਜਨ ਮਿਲ ਜਾਵੇ ਉਹ ਬੜਾ ਖੁਸ਼ ਹੁੰਦਾ ਹੈ, ਤੇ ਜਿਹੜਾ ਕੋਈ ਪਿਆਸਾ ਹੈ ਉਹ ਪਿਆਸੇ ਨੂੰ ਜੇ ਕਿਤੇ ਪਾਣੀ ਮਿਲ ਜਾਵੇ ਜਿਵੇਂ ਉਹ ਖੁਸ਼ ਹੁੰਦਾ ਹੈ। ਕੋ ਸਾਧਕ ਸਾਧਨਾ ਜਿਉ ਫਲ ਪਾਏ। ਆ ਜਿਵੇਂ ਕੋਈ ਸਾਧਕ ਤੇ ਖੰਤ ਕੋ ਤੇ ਵਿਸ਼ਰਾਮ, ਸਾਧਕ ਸਾਧਨ ਜਿਉ ਫਲ ਪਾਏ। ਜਿਵੇਂ ਕੋਈ ਸਾਧਨਾ ਕਰਨ ਵਾਲਾ
ਉਹ ਸਾਧਨ ਪੂਰਾ ਕਰ ਲਵੇ, ਚਲੀਸੇ ਕੱਢ ਕੇ ਤੇ ਫਲ ਪਾ ਲਵੇ। ਭਾਵ ਉਹਦਾ ਕੀਤਾ ਹੋਇਆ ਚਲੀਸਾ ਪੂਰਾ ਹੋ ਜਾਵੇ, ਫਿਰ ਉਹਨੂੰ ਦੇ ਫਲ ਦੀ ਵੀ ਪ੍ਰਾਪਤੀ ਹੋ ਜਾਵੇ ਤੇ ਜਿਵੇਂ ਉਹ ਖੁਸ਼ ਹੁੰਦਾ ਹੈ। ਰਿਪ ਦੇਸ਼ ਲਹੇ ਨਿਰਪ ਚਾਤ੍ਰਿਕ ਸਵਾਂਤ। ਇਧਰੋਂ ਜਿਵੇਂ ਰਾਜਾ ਹੈ ਆਪਣੇ ਵੈਰੀ ਦੇ ਦੇਸ਼ ਨੂੰ ਪ੍ਰਾਪਤ ਕਰ ਲਵੇ, ਜਿੱਤ ਫਤਿਹ ਪਾ ਲਵੇ, ਬੜਾ ਖੁਸ਼ ਹੁੰਦਾ ਹੈ। ਜਿਵੇਂ ਚਾਤ੍ਰਿਕ ਬੱਬੀਹਾ ਸਵਾਂਤੀ ਬੂੰਦ ਨੂੰ ਪਾ ਕੇ ਬੜਾ ਖੁਸ਼ ਹੁੰਦਾ ਹੈ। ਚਕੋਰ ਮਯੰਕ ਤੇ ਜੋ ਹੁਲਸਾਏ। ਜਿਵੇਂ ਚਕੋਰ ਚੰਦਰਮਾ ਨੂੰ ਦੇਖ ਕੇ ਬੜੀ ਖੁਸ਼ ਹੁੰਦੀ ਹੈ। ਤਿਵ ਪੁੱਤਰ ਹੈ ਕੋ ਜਨਮਿਓ ਸੁਨ ਕੈ। ਉਸੇ ਤਰ੍ਹਾਂ ਵੀ ਸਾਡੇ ਘਰ ਪੋਤਰਾ ਹੋ ਗਿਆ ਹੈ, ਪੋਤਰੇ ਦੇ ਜਨਮ ਨੂੰ ਸੁਣ ਕੇ। ਮਨ ਸ੍ਰੀ ਗੁਰ ਮਾਤ ਪਿਤਾ ਹਰਿ ਖਾਏ। ਗੁਰੂ ਮਹਾਰਾਜ ਦੇ ਮਾਤਾ ਤ੍ਰਿਪਤਾ ਜੀ, ਪਿਤਾ ਕਾਲੂ ਜੀ ਮਨ ਵਿੱਚ ਬਹੁਤ ਹੀ ਖੁਸ਼ ਹੋ ਰਹੇ ਹਨ। ਤੋਟਕ ਛੰਦ ਚੱਲ ਆਵਤ ਭੇ ਸੁਲਤਾਨਪੁਰੇ। ਚੰਗੀ ਤਰ੍ਹਾਂ ਤਿਆਰੀ ਕਰਕੇ ਬਣ ਫੱਬ ਕੇ ਸੁਲਤਾਨਪੁਰ ਸਾਹਿਬ ਜਿਹੜਾ ਚੱਲ ਕੇ ਆ ਗਏ ਹਨ ਮਾਤਾ ਪਿਤਾ ਜੀ। ਸੁਨ ਸ਼੍ਰੀ ਗੁਰ ਪਾਇਨ ਧਾਏ ਪਰੇ। ਇੱਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਹੱਟ ਵਿੱਚ ਬੈਠਿਆਂ ਸੁਣਿਆ ਕਿ ਮਾਤਾ ਪਿਤਾ ਜੀ ਆਏ ਹੋਏ ਐ, ਦੌੜ ਕੇ ਗੁਰੂ ਜੀ ਆਏ ਤੇ ਮਾਤਾ ਪਿਤਾ ਜੀ ਦੇ ਚਰਨੀ ਪਏ ਹਨ। ਜਨਨੀ ਮਨ ਕੀਨ ਆਨੰਦ ਕਨਾ। ਮਾਤਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਕਰਕੇ ਮਨ ਵਿੱਚ ਬਹੁਤਾ ਹੀ ਆਨੰਦ ਕੀਤਾ ਹੈ। ਸੁਤ ਪੈ ਕਰ ਫੇਰ ਦੁਲਾਰ ਸਨਾ। ਆਪਣੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਸੀਸ ਉੱਪਰ ਮਾਤਾ ਜੀ ਹੱਥ ਫੇਰਦੇ ਐ, ਬੜੇ ਲਾਡ ਪਿਆਰ ਦੇ ਸਹਿਤ ਬੜਾ ਪਿਆਰ ਕਰਦੇ ਮਹਾਰਾਜ ਜੀ ਨੂੰ। ਇੱਕ ਪੁੱਤਰ ਹੈ ਤੁੰਡ ਕੁਸ਼ੇਸ਼ਾ ਸਾ। ਇੱਧਰ ਫਿਰ ਪੋਤਰੇ ਸ਼੍ਰੀ ਚੰਦ ਜੀ ਦਾ ਮੁਖ ਦੇਖ ਕੇ, ਜਿਹੜਾ ਕਵਲ ਵਰਗਾ ਮੁਖ ਹੈ, ਕਵਲ ਫੁੱਲ ਵਰਗਾ ਕੂਲਾ ਨਰਮ ਲਾਲ ਸੁਰਖ, ਉਸ ਮੁਖ ਨੂੰ ਵੇਖ ਕੇ ਧਨ ਦੀਨਨ ਦੀਨ ਨਰੇਸ਼ਾ ਸਾ। ਮਾਤਾ ਜੀ ਨੇ ਵੀ ਪੋਤਰਾ ਸਾਡੇ ਘਰ ਬੜਾ ਸੁੰਦਰ ਹੋਇਆ ਹੈ, ਭਾਗ ਲੱਗੇ ਹੈ, ਰਾਜਿਆਂ ਵਾਂਗ ਧਨ ਦਾ ਦਾਨ ਦਿੱਤਾ ਹੈ ਸਭ ਨੂੰ। ਤਨਿਆ ਮਿਲ ਤੋਖ ਤਿਖਾ ਤਰਖੀ। ਫਿਰ ਆਪਣੀ ਸੁਪੁੱਤਰੀ ਨਾਨਕੀ ਜੀ ਨੂੰ ਮਿਲ ਕੇ ਬੜੇ ਪ੍ਰਸੰਨ ਹੋਏ ਹੈ ਤੇ ਜਿਹੜੀ ਤੇ ਹੈ ਉਹ ਦੂਰ ਕੀਤੀ ਹੈ ਆਪਣੀ। ਜਲ ਮੇਲ ਮਿਲਾ ਸੁਖ ਹੋ ਹਰਖੀ। ਜਲ ਮੇਲ ਮਿਲਾ ਸੁਖ ਸੋ ਹਰਖੀ। ਮਾਨੋ ਕਿ ਜਿਹੜਾ ਜਲ ਦਾ ਹੀ ਮੇਲ ਮਿਲਿਆ ਹੈ ਤੇ ਸੁਖ ਦੇ ਨਾਲ ਬਹੁਤ ਹੀ ਖੁਸ਼ ਹੋਏ ਹੈ। ਦੋਹਰਾ ਕਾਲੂ ਬਦਨਾ ਬਿਲੋਕ ਸੁਤ। ਇੱਧਰ ਪਿਤਾ ਕਲਿਆਣ ਚੰਦ ਜੀ ਆਪਣੇ ਸੁਪੁੱਤਰ ਦਾ ਮੁਖ ਦੇਖ ਕੇ ਸਰਸ ਹੈ ਸਰਬ ਸਮਾਜ। ਤੇ ਹੱਟ ਵਿੱਚ ਬਹੁਤ ਆ ਜਿਹੜਾ ਸਾਜੋ ਸਮਾਨ ਦੇਖ ਕੇ ਵੀ ਹੱਟ ਤੇ ਭਰੀ ਪਈ ਹੋਈ ਹੈ, ਬਹੁਤ ਖੁਸ਼ ਹੋ ਰਹੇ ਹਨ। ਹਰਖ ਅਦਿਕ ਉਰ ਮਹਿ ਧਰਿਓ। ਹਿਰਦੇ ਵਿੱਚ ਦੇ ਬਹੁਤ ਹੀ ਖੁਸ਼ੀ ਧਰੀ ਹੈ ਵੀ ਹੱਟ ਵਿੱਚ ਦੇ ਬਹੁਤ ਭਾਗ ਲੱਗੇ, ਸਮਾਨ ਬਹੁਤ ਹੈ। ਭਲੇ ਚਲਾਇਓ ਕਾਜ। ਕਿ ਸਾਡੇ ਪੁੱਤਰ ਨੇ ਵਿਚਾਰਦੇ ਹੈ ਵੀ ਬੜਾ ਸੋਹਣਾ ਕੰਮ ਜਿਹੜਾ ਚਲਾਇਆ ਹੋਇਆ ਸੁਲਤਾਨਪੁਰ ਵਿੱਚ। ਮੁਝ ਤੇ ਅਧਿਕ ਕਮਾਏ ਕਰ। ਤੇ ਵੀ ਮੇਰੇ ਸੁਪੁੱਤਰ ਬੜੇ ਮਹਾਨ ਨਿਕਲੇ ਆ, ਮੇਰੇ ਤੋਂ ਵੀ ਜਿਹੜਾ ਨਾ ਬਹੁਤ ਹੀ ਇਹਨਾਂ ਨੇ ਕਮਾਈ ਕਰ ਲੈਣੀ ਇੱਕ ਦਿਨ। ਸਰਬ ਪਦਾਰਥ ਕੀਨਾ। ਕਿਵੇਂ ਇਹਨਾਂ ਨੇ ਸਾਰੇ ਜਿਹੜੇ ਪਦਾਰਥ ਘਰ ਵਿੱਚ ਵੀ ਤੇ ਹੱਟ ਵਿੱਚ ਇੱਕਦਮ ਇੱਕ ਸਾਰੇ ਇਕੱਠੇ ਕੀਤੇ ਹੋਏ ਹਨ। ਕੀਰਤ ਜਗ ਵਿਸਤ੍ਰਿਤ ਭੀ। ਇਹ ਜਿਹੜੇ ਸਾਡੇ ਸੁਪੁੱਤਰ ਹੈ ਹੱਟ ਵਿੱਚ ਕਮਾਈ ਕਰ ਰਹੇ ਹੈ ਤੇ ਜਿਹਦੇ ਕਰਕੇ ਆ ਜਗਤ ਦੇ ਵਿੱਚ ਤੇ ਸਾਡਾ ਬਹੁਤਾ ਹੀ ਵਿਸਥਾਰ ਹੋ ਗਿਆ ਹੈ, ਸਾਡੀ ਕੀਰਤੀ ਵਡਿਆਈ ਹੋ ਰਹੀ ਹੈ। ਦੀਨਨ ਦਾਨ ਹੈ ਦੀਨਾ। ਤੇ ਗਰੀਬਾਂ ਨੂੰ ਵੀ ਬਹੁਤਾ ਦਾਨ ਦਿੰਦੇ, ਇਸ ਕਰਕੇ ਵਡਿਆਈ ਹੋ ਰਹੀ ਹੈ। ਜਿਹੜੇ ਗਰੀਬਾਂ ਨੂੰ ਦਾਨ ਮਿਲਦਾ ਉਹ ਵੀ ਬਹੁਤ ਵਡਿਆਈ ਕਰਦੇ ਹਨ। ਤੋਟਕ ਛੰਦ
ਰਹਿ ਕੇਤਕ ਬਾਸੁਰ ਮਾਤ ਪਿਤਾ। ਮਾਤਾ ਪਿਤਾ ਜੀ ਇਸ ਤਰ੍ਹਾਂ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਜੀ ਪਾਸ ਕੁਝ ਕੁ ਦਿਨ ਰਹਿ ਕਰਕੇ ਮਿਲ ਕੈ ਸੁਤ ਪੁੱਤਰ ਕੀਨ ਗਤਾ। ਮਿਲ ਕੇ ਸਤਿਗੁਰੂ ਨਾਨਕ ਦੇ ਮਹਾਰਾਜ ਸਪੁੱਤਰ ਨੂੰ ਤੇ ਪੋਤਰੇ ਸ਼੍ਰੀ ਚੰਦ ਜੀ ਨੂੰ ਮਿਲ ਕੇ ਤੇ ਫਿਰ ਜਾਣਾ ਕੀਤਾ ਹੈ ਤਲਵੰਡੀ ਨਗਰ ਨੂੰ। 1 ਸਾਲ ਭਇਓ ਸੁਤ ਕੇ ਜਨਮੇ। ਇੱਧਰ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਹੋਏ ਨੂੰ 1 ਸਾਲ ਜਿਹੜਾ ਪੂਰਾ ਹੋ ਗਿਆ ਹੈ। ਮੁਖ ਹੇਰਤ ਮਾਤ ਖੁਸ਼ੀ ਮਨ ਮੇ। ਮਾਤਾ ਸੁਲੱਖਣੀ ਜੀ ਗੁਰੂ ਮਹਾਰਾਜ ਜੀ ਦੇ ਮਹਿਲ ਆਪਣੇ ਸਪੁੱਤਰ ਸ਼੍ਰੀ ਚੰਦ ਜੀ ਦਾ ਮੁਖ ਦੇਖਦੇ ਕਿ ਮਨ ਵਿੱਚ ਬਹੁਤ ਖੁਸ਼ੀ ਧਾਰਦੇ ਐ। ਭਗਨੀ ਮਨ ਕੀ ਸਭ ਜਾਨ ਹਿਰਦੇ। ਇੱਧਰ ਗੁਰੂ ਨਾਨਕ ਦੇ ਮਹਾਰਾਜ ਆਪਣੇ ਭੈਣ ਨਾਨਕੀ ਜੀ ਦੀ ਮਨ ਵਿੱਚ ਸਾਰੀ ਜਾਣ ਕੇ ਹਿਰਦੇ ਦੀ ਸਾਰੀ ਜਾਣ ਕੇ ਕਿ ਜਿਹੜੇ ਸਾਡੇ ਭੈਣ ਨਾਨਕੀ ਜੀ ਚਾਹੁੰਦੇ ਆ ਵੀ ਜਿਹੜਾ ਇਹ ਬਾਲਕ ਸ਼੍ਰੀ ਚੰਦ ਵੀ ਮੇਰੀ ਗੋਦ ਵਿੱਚ ਪਾ ਦੇਣ। ਮੁਖ ਨਾਨਕ ਬੈਨ ਭਨੇ ਸੁਖ ਦੇ। ਸੁਖ ਨੂੰ ਦੇਣ ਵਾਲੇ ਗੁਰੂ ਨਾਨਕ ਦੇ ਮਹਾਰਾਜ ਨੇ ਬਚਨ ਕਹੇ ਆ। ਫਿਰ ਇੱਕ ਬਾਰਕ ਲੈ ਪ੍ਰਤਪਾਰ ਕਰੋ। ਇੱਥੇ ਇੱਕ ਦੀ ਜਗ੍ਹਾ ਜਿਹੜਾ ਇਹ ਪਾਠ ਉਹ ਸ਼ੁੱਧ ਹੈ ਕਿ ਕਿਆ ਹੈ ਗੁਰੂ ਮਹਾਰਾਜ ਜੀ ਨੇ ਭੈਣ ਜੀ ਦੇ ਹਿਰਦੇ ਦੀ ਜਾਣ ਕੇ ਕਿ ਭੈਣ ਜੀ ਇਹ ਜਿਹੜਾ ਬਾਲਕ ਹੈ ਨਾ ਸ਼੍ਰੀ ਚੰਦ ਇਹਨੂੰ ਤੁਸੀਂ ਲੈ ਲਓ ਤੇ ਇਹਨੂੰ ਪਾਲਣਾ ਪੋਸਣਾ ਕਰੋ ਚੰਗੀ ਤਰ੍ਹਾਂ। ਤੁਮ ਆਨ ਵਿਚਾਰ ਕਛੂ ਨਾ ਧਰੋ। ਤੁਸੀਂ ਆਪਣੇ ਮਨ ਵਿੱਚ ਹੋਰ ਕੋਈ ਵਿਚਾਰ ਨਾ ਰੱਖੋ ਵੀ ਸਾਡੇ ਘਰ ਵੀ ਕੋਈ ਸਪੁੱਤਰ ਹੋਵੇ। ਇਹ ਜਿਹੜਾ ਬੱਚਾ ਹੈ ਨਾ ਇਹ ਤੁਸੀਂ ਸ਼੍ਰੀ ਚੰਦ ਰੱਖੋ, ਇਹਨੂੰ ਪ੍ਰੇਮ ਪਿਆਰ ਨਾਲ ਪਾਲੋ, ਇਹਦੇ ਤੁਹਾਡਾ ਹੀ ਹੈ ਅੱਜ ਤੋਂ। ਸੁਣ ਕੇ ਹਰਖੀ ਸਰਸੀ ਉਰ ਮੈਂ। ਭੈਣ ਨਾਨਕੀ ਜੀ ਸੁਣ ਕੇ ਤੇ ਹਿਰਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੋਏ ਐ। ਭਵ ਰੰਕ ਮਦਾਰ ਪਇਓ ਕਰ ਮੈਂ। ਮਾਨੋ ਕਿ ਘਰ ਦੇ ਵਿੱਚ ਬੈਠੇ ਜਿਹੜਾ ਕੋਈ ਕੰਗਾਲ ਹੈ ਉਹਨੇ ਕਲਪ ਬ੍ਰਿਸ਼ ਨੂੰ ਪਾ ਲਿਆ ਹੋਵੇ ਤੇ ਉਹ ਕਲਪ ਬ੍ਰਿਸ਼ ਜਿਵੇਂ ਜਿਹਨੂੰ ਮਿਲ ਜਾਂਦਾ ਜਿਹੜੀ ਕਲਪਨਾ ਕਰਦਾ ਉਹਦੀ ਉਹੀ ਇੱਛਾ ਪੂਰੀ ਕਰ ਦਿੰਦਾ ਹੈ। ਹੁਣ ਵਿਚਾਰਾ ਕੰਗਾਲ ਬੈਠਾ ਹੋਵੇ ਫਿਕਰਾਂ ਗਮਾਂ 'ਚ ਪਿਆ ਮੰਜੀ 'ਤੇ ਲੇਟਿਆ ਹੋਵੇ, ਉੱਧਰੋਂ ਕਲਪ ਬ੍ਰਿਸ਼ ਆ ਕੇ ਲੱਗ ਜੇ ਤੇ ਉਹਦੀ ਜਿਹੜੀ ਖੁਸ਼ੀ ਆ ਉਹ ਕੌਣ ਦੱਸ ਸਕਦਾ ਕਿੰਨੀ ਖੁਸ਼ੀ ਉਹਨੂੰ ਹੋਵੇਗੀ। ਇੱਧਰ ਭੈਣ ਨਾਨਕੀ ਜੀ ਦੇ ਗੁਰੂ ਮਹਾਰਾਜ ਤੋਂ 5 ਸਾਲ ਵੱਡੇ ਵੀ ਪਹਿਲਾਂ ਸ਼ਾਦੀ ਵੀ ਹੋਈ ਸੀ ਪਰ ਘਰ ਵਿੱਚ ਕੋਈ ਸਪੁੱਤਰ ਨਹੀਂ ਸੀ ਤੇ ਗੁਰੂ ਜੀ ਨੇ ਭੈਣ ਨਾਨਕੀ ਜੀ ਦੀ ਹਿਰਦੇ ਦੀ ਜਾਣ ਕੇ ਤੇ ਆਪਣਾ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਇਹਨਾਂ ਨੂੰ ਹੀ ਸੌਂਪ ਦਿੱਤੇ ਕਿ ਭੈਣ ਜੀ ਤੁਸੀਂ ਰੱਖੋ, ਇਹਨਾਂ ਨੂੰ ਪਾਲੋ ਪੋਸੋ, ਤੁਹਾਡਾ ਹੀ ਬੱਚਾ ਹੈ। ਹੋਰ ਨਹੀਂ ਕੋਈ ਮਨ 'ਚ ਇੱਛਾ ਕਰਨੀ ਵੀ ਸਾਡੇ ਘਰ ਵੀ ਹੋਵੇ, ਇਹ ਤੁਹਾਡਾ ਹੀ ਹੈ। ਤੇ ਮਾਨੋ ਕਿ ਉਹ ਜਿਹੜੀ ਖੁਸ਼ੀ ਹੈ ਭੈਣ ਜੀ ਦੇ ਮਨ ਵਿੱਚ ਸਮਾ ਨਹੀਂ ਰਹੀ, ਜਿਵੇਂ ਮਾਨੋ ਕਿਸੇ ਕੰਗਾਲ ਦੇ ਘਰ ਵਿੱਚ ਹੀ ਆ ਕੇ ਆ ਕਲਪ ਬ੍ਰਿਸ਼ ਲੱਗ ਗਿਆ ਹੋਵੇ। ਮੁਖ ਕਾਂਜ ਬਿਲੋਕਤ ਲਾਲਤ ਹੈ। ਜਿਹੜਾ ਕਮਲ ਵਰਗਾ ਮੁਖ ਹੈ ਬਾਬਾ ਸ਼੍ਰੀ ਚੰਦ ਜੀ ਦਾ, ਭੈਣ ਨਾਨਕੀ ਜੀ ਤੱਕਦੇ ਰਹਿੰਦੇ ਵੇਖਦੇ ਤੇ ਲਾਡ ਪਿਆਰ ਕਰਦੇ ਆ ਬਹੁਤ। ਅਤ ਨੇਹ ਤਰੇ ਪ੍ਰਤਪਾਲਤ ਹੈ। ਬਹੁਤਾ ਪ੍ਰੇਮ ਪਿਆਰ ਧਾਰ ਕੇ ਤੇ ਪਾਲਦੇ ਪੋਸਦੇ ਆ ਆਪਣੇ। ਇਸ ਤਰ੍ਹਾਂ ਸਪੁੱਤਰ ਸ਼੍ਰੀ ਚੰਦ ਜੀ ਨੂੰ ਦੋਹਰਾ ਸ੍ਰੀ ਚੰਦ ਤਰ ਨਾਮ ਤਿਹ। ਉਸ ਤਰ੍ਹਾਂ ਗੁਰੂ ਜੋ ਮਹਾਰਾਜ ਦੇ ਸਾਹਿਬਜ਼ਾਦੇ ਸਨ ਉਹਨਾਂ ਦਾ ਜਿਹੜਾ ਨਾਮ ਹੈ ਸ਼੍ਰੀ ਚੰਦ ਰੱਖਿਆ ਹੈ। ਪਾਇਓ ਸੰਗ ਭਤੀਜ। ਪਾਇਓ ਸੰਗ ਭਤੀਜ ਤੇ ਜਿਹੜਾ ਹੈ ਭਤੀਜੇ ਨੂੰ ਆਪਣੀ ਗੋਦ ਵਿੱਚ ਪਾਇਆ ਹੈ ਬੜੇ ਉਤਸ਼ਾਹ ਨਾਲ। ਔਰ ਆਨੰਦ ਬਹੁ ਨਾਨਕੀ। ਭੈਣ ਨਾਨਕੀ ਜੀ ਦੇ ਨਾ ਹਿਰਦੇ ਵਿੱਚ ਬਹੁਤ ਹੀ ਆਨੰਦ ਖੇੜਾ ਹੀ ਹੋ ਰਿਹਾ ਹੈ। ਸੋਦਰ ਲਖਿਓ ਪ੍ਰਸੀਜ। ਬੜਾ ਆਨੰਦ ਭੈਣ ਜੀ ਮੰਨਦੇ ਆ ਵੀ ਇਵੇਂ ਵੀ ਜਾਣਦੇ ਆ ਵੀ ਸਾਡੇ ਭਰਾ ਗੁਰੂ ਨਾਨਕ ਸਾਹਿਬ ਜੀ ਸਾਡੇ 'ਤੇ ਪ੍ਰਸੰਨ ਹਨ, ਖੁਸ਼ ਹਨ, ਜਿਸ ਕਰਕੇ ਉਹਨਾਂ ਨੇ ਸਾਡੇ ਹਿਰਦੇ ਦੀ ਜਾਣ ਕੇ ਆਪਣਾ ਸਪੁੱਤਰ ਸਾਨੂੰ ਦੇ ਦਿੱਤਾ ਹੈ ਵੀ ਇਹ ਉਹਨਾਂ ਦੀ ਖੁਸ਼ੀ ਹੈ ਮਹਾਨ। ਇਵੇਂ ਭੈਣ ਨਾਨਕੀ ਜੀ ਨੇ ਜਿਹੜਾ ਬਾਅਦ ਵਿੱਚ ਬਾਬਾ ਸ਼੍ਰੀ ਚੰਦ ਜੀ ਨੂੰ ਆਪ ਪਾਲਿਆ ਪੋਸਿਆ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜਾ ਹੈ ਇਵੇਂ ਭੈਣ ਨਾਨਕੀ ਜੀ ਨੂੰ ਸੌਂਪ ਦਿੱਤਾ ਸੀ ਆਪਣਾ ਸੁਪੁੱਤਰ। ਇਹ ਜਿਹੜਾ ਇੱਥੇ ਪ੍ਰਸੰਗ ਇੱਥੇ ਪੂਰਾ ਹੋਇਆ ਹੈ। ਅੱਗੇ ਜਿਵੇਂ ਕਥਾ ਵਿਚਾਰ ਅੱਗੇ ਆਪਾਂ ਸਰਵਣ ਕਰਾਂਗੇ। ਇੱਥੇ ਹੁਣ ਪ੍ਰਸੰਗ ਦੀ ਸਮਾਪਤੀ ਹੈ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸ੍ਰੀ ਚੰਦ ਜਨਮ ਪ੍ਰਸੰਗ ਵਰਣਨ ਨਾਮ 26ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਪਹਿਲੇ ਭਾਗ ਦਾ ਪਹਿਲਾ ਅੱਧਾ ਹਿੱਸਾ ਜਿਹੜਾ ਜਿਹਦੇ ਵਿੱਚ ਜਿਸ ਪ੍ਰਸੰਗ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਕਿਵੇਂ ਜਨਮ ਹੋਇਆ, ਕਿਵੇਂ ਉਹ ਕਥਾ ਵਾਰਤਾ ਹੋਈ, ਉਹ ਪ੍ਰਸੰਗ ਵਰਣਨ ਕੀਤਾ। 26ਵਾਂ ਜਿਹੜਾ ਅਧਿਆਏ ਇੱਥੇ ਉਹਦੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਰਹਿ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ। ਸ੍ਰੀ ਚੰਦ ਧਰ ਨਾਮ ਤਿਹ ਪਾਇਓ ਸੰਗ ਭਤੀਜਾ ਔਰ ਆਨੰਦ ਬਹੁ ਨਾਨਕੀ ਸੋਦਰ ਲਖਿਓ ਪ੍ਰਸੀਜਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸ੍ਰੀ ਚੰਦ ਜਨਮ ਪ੍ਰਸੰਗ ਵਰਣਨ ਨਾਮ 26ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूर्ण हे सर्व मैं दुख भंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे है भी होवनहार। हे संत है कै सदा संग, निदारा आधार। हे ठाकुर हो दासरो, मैं निर्गुण गुण नहीं कोय। नानक दीजै नाम दान, राखो हिय परोए। आए प्रभ शरणागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो उतरै पार। जो सरदा कर